ਅੱਜ ਅਸੀਂ ਗੱਲ ਕਰਾਂਗੇ PhD ਇਜ਼ ਨਾਟ ਇਨਫ ਲੇਖਕ ਪੀਟਰ ਜੇ ਫਾਈਬਲਮੈਨ ਦੀ ਕਿਤਾਬ ਬਾਰੇ। ਰਾਤ ਦੇ 1 ਵਜੇ ਸਨ। ਕਮਰੇ ਦੀ ਲਾਈਟ ਅਜੇ ਵੀ ਚਮਕ ਰਹੀ ਸੀ। ਅਕਸ਼ੈ, ਜੋ ਆਪਣੇ PhD ਦੇ ਚੌਥੇ ਸਾਲ 'ਚ ਸੀ, ਲੈਪਟਾਪ ਦੀ ਸਕਰੀਨ ਤੇ ਸਕਰੋਲ ਕਰਦਾ ਜਾ ਰਿਹਾ ਸੀ। ਉਸਨੇ ਇੱਕ ਡੂੰਘੀ ਸਾਹ ਲੈ ਕੇ ਸੋਚਿਆ, ਜਦ PhD ਦੀ ਸ਼ੁਰੂਆਤ ਕੀਤੀ ਸੀ ਤਾਂ ਲੱਗਿਆ ਸੀ ਇਹ ਕਰੀਅਰ ਦਾ ਟਿਕਟ ਹੈ। ਇੱਕ ਵਾਰ PhD ਹੋ ਜਾਵੇ ਤਾਂ ਜ਼ਿੰਦਗੀ ਸੈੱਟ। ਪਰ ਹੁਣ ਜਿਵੇਂ ਜ਼ਿੰਦਗੀ ਨੇ ਯੂਟਰਨ ਲੈ ਲਿਆ ਸੀ। ਅਕਸ਼ੈ ਹਮੇਸ਼ਾ ਤੋਂ ਹੁਸ਼ਿਆਰ ਵਿਦਿਆਰਥੀ ਰਿਹਾ। IIT ਤੋਂ M.Tech ਕਰਕੇ ਜਦ ਉਸਦੇ ਕੋਲ ਕਈ ਨੌਕਰੀਆਂ ਸਨ, ਤਦ ਵੀ ਉਸਨੇ PhD ਦੀ ਰਾਹ ਲੱਭੀ। ਉਸ ਨੂੰ ਲੱਗਦਾ ਸੀ ਕਿ ਉਹ ਅਕੈਡਮਿਕ ਜਗਤ 'ਚ ਆ ਕੇ ਲੋਕਾਂ ਨੂੰ ਪ੍ਰੇਰਿਤ ਕਰੇਗਾ, ਪਰ ਅਸਲ ਅਕੈਡਮਿਕ ਰਿਐਲਿਟੀ ਨੇ ਉਸਦੇ ਸੁਪਨੇ ਹੌਲੇ-ਹੌਲੇ ਤੋੜ ਦਿੱਤੇ। ਲੈਬ, ਗਾਈਡ ਦੀ ਉਮੀਦਾਂ, ਫੰਡ ਦੀ ਤਣਾ, ਪਬਲੀਕੇਸ਼ਨ ਦੀ ਦੌੜ, ਹਰ ਪਾਸੇ ਅਦ੍ਰਿਸ਼ ਟਕਰਾਂ। ਜਦ ਉਹਨਾਂ ਨੇ ਇੱਕ ਅਕੈਡਮਿਕ ਨੌਕਰੀ ਲਈ ਅਰਜ਼ੀ ਦਿੱਤੀ ਤਾਂ ਹਰ ਥਾਂ ਤੋਂ ਨਾਟ ਸ਼ਾਰਟਲਿਸਟਡ ਦਾ ਜਵਾਬ ਮਿਲਿਆ। ਅਖੀਰ ਸਮਝ ਆਈ ਕਿ ਅੱਜ ਦੀ ਦੁਨੀਆ 'ਚ ਸਿਰਫ PhD ਕਰ ਲੈਣਾ ਕਾਫੀ ਨਹੀਂ। ਪੋਸਟ ਡੌਕ ਅਨੁਭਵ, ਕੋਲੈਬੋਰੇਸ਼ਨ ਤੇ ਠੀਕ ਲੋਕਾਂ ਨਾਲ ਠੀਕ ਸਮੇਂ ਤੇ ਜੁੜਨ ਦੀ ਲੋੜ ਹੁੰਦੀ ਹੈ। ਉਸ ਰਾਤ ਅਕਸ਼ੈ ਨੇ ਆਪਣੀ ਜ਼ਿੰਦਗੀ ਪਿੱਛੇ ਮੁੜ ਕੇ ਦੇਖੀ। ਜਦ ਉਸਨੇ ਪਹਿਲੀ ਵਾਰ ਰਿਸਰਚ 'ਚ ਰੁਚੀ ਲੈਣੀ ਸ਼ੁਰੂ ਕੀਤੀ ਸੀ, ਉਹ ਸਿਰਫ ਗਿਆਨ ਦੀ ਭੁੱਖ ਸੀ। ਪਰ ਹੁਣ ਉਹੀ ਗਿਆਨ ਨੌਕਰੀ ਦੀ ਭਾਲ ਵਿੱਚ ਭਟਕ ਰਹੀ ਸੀ। ਅਕਸ਼ੈ ਦਾ ਇੱਕ ਦੋਸਤ ਰੋਨ, ਜਿਸਨੇ ਉਸਦੇ ਨਾਲ ਹੀ M.Tech ਕੀਤਾ ਸੀ, ਹੁਣ ਇੱਕ ਸਟਾਰਟਅਪ ਵਿੱਚ ਪ੍ਰੋਡਕਟ ਮੈਨੇਜਰ ਸੀ। ਇੱਕ ਦਿਨ ਜਦ ਉਹ ਅਕਸ਼ੈ ਨੂੰ ਮਿਲਣ ਆਇਆ ਤਾਂ ਕਹਿਣ ਲੱਗਾ, ਭਰਾ, ਤੂੰ ਤਾਂ ਵਧੀਆ ਲਿਖਦਾ ਹੈ, ਤੇਰੀ ਸੋਚ ਬਹੁਤ ਤੇਜ਼ ਹੈ, ਫਿਰ ਤੂੰ ਸਿਰਫ ਅਕੈਡਮਿਕ ਨੌਕਰੀਆਂ ਦੇ ਪਿੱਛੇ ਕਿਉਂ ਲੱਗਾ ਹੋਇਆ ਏ? ਇੰਡਸਟਰੀ ਵਿੱਚ ਬੇਦ ਮੌਕੇ ਹਨ, ਬਸ ਆਪਣੀਆਂ ਸਕਿੱਲਜ਼ ਨੂੰ ਠੀਕ ਤਰੀਕੇ ਨਾਲ ਪੇਸ਼ ਕਰਨਾ ਆਉਣਾ ਚਾਹੀਦਾ। ਅਕਸ਼ੈ ਨੂੰ ਪਹਿਲੀ ਵਾਰ ਲੱਗਿਆ ਕਿ ਸ਼ਾਇਦ ਰੋਨ ਸਹੀ ਕਹਿ ਰਿਹਾ ਸੀ। ਉਸਨੇ ਆਪਣਾ CV ਨਵੇਂ ਸਿਰੇ ਬਣਾਇਆ, ਲਿੰਕਡਇਨ ਪ੍ਰੋਫਾਈਲ ਅਪਡੇਟ ਕੀਤਾ ਅਤੇ ਆਪਣੀਆਂ ਉਹ ਸਕਿੱਲਜ਼ ਜਿਵੇਂ ਡਾਟਾ ਵਿਸ਼ਲੇਸ਼ਣ, ਵਿਗਿਆਨਕ ਲਿਖਤ, ਪ੍ਰੋਜੈਕਟ ਮੈਨੇਜਮੈਂਟ, ਜੋ ਉਸਨੇ ਰਿਸਰਚ ਤੋਂ ਇਲਾਵਾ ਸਿੱਖੀਆਂ ਸਨ, ਉਹਨਾਂ ਉੱਤੇ ਧਿਆਨ ਦੇਣਾ ਸ਼ੁਰੂ ਕੀਤਾ। ਹੌਲੀ-ਹੌਲੀ ਸਮਝ ਆਉਣ ਲੱਗਾ ਕਿ PhD ਸਿਰਫ ਤਾਕਤ ਦਾ ਸਬੂਤ ਹੈ। ਇਹ ਦੱਸਦੀ ਹੈ ਕਿ ਤੁਸੀਂ ਮੁਸ਼ਕਲ ਸਮੱਸਿਆਵਾਂ ਨੂੰ ਹੱਲ ਕਰ ਸਕਦੇ ਹੋ, ਪਰ ਇਹ ਨਹੀਂ ਗਾਰੰਟੀ ਕਿ ਦੁਨੀਆ ਤੁਹਾਨੂੰ ਆਪਣੇ ਆਪ ਨੌਕਰੀ ਦੇਵੇਗੀ। ਤੁਹਾਨੂੰ ਆਪਣੇ ਆਪ ਨੂੰ ਮਾਰਕੀਟ ਦੀ ਲੋੜ ਅਨੁਸਾਰ ਢਾਲਣਾ ਪੈਂਦਾ ਹੈ। ਇੱਕ ਦਿਨ ਇੱਕ ਕੰਸਲਟੈਂਸੀ ਫਰਮ ਤੋਂ ਕਾਲ ਆਈ। ਉਹਨਾਂ ਨੂੰ ਐਸਾ ਵਿਅਕਤੀ ਚਾਹੀਦਾ ਸੀ ਜੋ ਜਟਿਲ ਜਾਣਕਾਰੀ ਨੂੰ ਆਸਾਨ ਬਣਾ ਕੇ ਕਲਾਇੰਟ ਨੂੰ ਸਮਝਾ ਸਕੇ ਕਿ ਉਹਨਾਂ ਦੇ ਪ੍ਰੋਡਕਟ ਕਿਵੇਂ ਵਿਗਿਆਨਕ ਤਰੀਕੇ ਨਾਲ ਵਧੀਆ ਹੋ ਸਕਦੇ ਹਨ। ਅਕਸ਼ੈ ਨੇ ਇੰਟਰਵਿਊ ਦਿੱਤਾ ਤੇ ਉਹ ਚੁਣਿਆ ਗਿਆ। ਪਹਿਲੀ ਵਾਰ ਉਸ ਨੂੰ ਲੱਗਿਆ ਕਿ ਉਸ ਦੀ ਮਿਹਨਤ ਨੂੰ ਸਹੀ ਦਿਸ਼ਾ ਮਿਲੀ ਹੈ। ਜੋ ਸਮਾਂ ਉਸਨੇ ਰਿਸਰਚ ਵਿੱਚ ਲਾਇਆ ਸੀ, ਹੁਣ ਉਹ ਅਸਲ ਜ਼ਿੰਦਗੀ ਵਿੱਚ ਕੰਮ ਆ ਰਿਹਾ ਸੀ। ਸਭ ਤੋਂ ਵਧੀਆ ਗੱਲ ਇਹ ਸੀ ਕਿ ਹੁਣ ਉਹ ਆਪਣੇ ਆਪ ਨੂੰ ਸਿਰਫ ਇੱਕ ਅਕੈਡਮਿਸ਼ਨ ਨਹੀਂ, ਸਗੋਂ ਇੱਕ ਹੁਨਰਮੰਦ ਸਮੱਸਿਆ ਹੱਲ ਕਰਨ ਵਾਲਾ ਵਿਅਕਤੀ ਮੰਨਣ ਲੱਗਾ ਸੀ। ਹੁਣ ਉਹ ਆਪਣੇ ਜੂਨੀਅਰਾਂ ਨੂੰ ਸਿਰਫ ਇੱਕ ਗੱਲ ਕਹਿੰਦਾ ਸੀ, PhD ਤੈਨੂੰ ਮਜ਼ਬੂਤ ਬਣਾਉਂਦੀ ਹੈ, ਪਰ ਇਹ ਫੈਸਲਾ ਤੈਨੂੰ ਕਰਨਾ ਪੈਂਦਾ ਹੈ ਕਿ ਇਸ ਤਾਕਤ ਨਾਲ ਤੈਨੂੰ ਆਪਣੇ ਆਪ ਨੂੰ ਕੀ ਬਣਾਉਣਾ ਹੈ। ਸ਼ੁਰੂ 'ਚ ਲੋਕਾਂ ਨੂੰ ਇਹ ਗੱਲ ਥੋੜੀ ਅਜੀਬ ਲੱਗਦੀ ਸੀ, ਪਰ ਜਦ ਉਹ ਉਸ ਦੀ ਜਰਨੀ ਵੇਖਦੇ ਸਨ ਤਾਂ ਉਹਨਾਂ ਨੂੰ ਅਸਲ ਅਰਥ ਸਮਝ ਆਉਂਦੇ ਸਨ। ਗਿਆਨ ਦੀ ਕੋਈ ਕੀਮਤ ਨਹੀਂ ਹੁੰਦੀ ਜਦ ਤੱਕ ਤੁਸੀਂ ਉਸ ਨੂੰ ਸਹੀ ਸਮੇਂ ਤੇ ਸਹੀ ਥਾਂ ਵਰਤਣਾ ਨਾ ਸਿੱਖੋ। ਹੁਣ ਅਕਸ਼ੈ ਹਫ਼ਤਾਵਾਰੀ ਵੈਬਿਨਾਰ ਕਰਦਾ ਹੈ, PhD ਤੋਂ ਅੱਗੇ ਦੀ ਜ਼ਿੰਦਗੀ ਨਾਲ, ਜਿਸ ਵਿੱਚ ਉਹ ਆਪਣੀ ਜਰਨੀ, ਗਲਤੀਆਂ ਅਤੇ ਸਭ ਤੋਂ ਵੱਡੀ ਸਿੱਖ, ਸਿਰਫ PhD ਹੋਣਾ ਕਾਫੀ ਨਹੀਂ, ਖੁੱਲ੍ਹ ਕੇ ਸਾਂਝਾ ਕਰਦਾ ਹੈ। ਅਕਸ਼ੈ ਲੋਕਾਂ ਨੂੰ ਦੱਸਦਾ ਹੈ ਕਿ ਕਿਵੇਂ ਆਪਣੇ ਰੁਚੀਆਂ, ਤਾਕਤਾਂ ਅਤੇ ਨੌਕਰੀ ਮਾਰਕੀਟ ਦੇ ਵਿਚਕਾਰ ਇੱਕ ਪੂਲ ਬਣਾਇਆ ਜਾ ਸਕਦਾ ਹੈ। ਉਹ ਕਹਿੰਦਾ ਹੈ ਕਿ ਪਬਲੀਕੇਸ਼ਨ ਦੀ ਦੌੜ 'ਚ ਭੱਜਣ ਦੀ ਥਾਂ ਆਪਣੇ ਲਈ ਇੱਕ ਸਾਫ਼ ਦਿਸ਼ਾ ਬਣਾਉਣਾ ਜ਼ਰੂਰੀ ਹੈ। PhD ਦੇ ਸਰਟੀਫਿਕੇਟ ਨੂੰ ਸਿਰਫ ਕੰਧ ਤੇ ਟੰਗ ਦੇਣ ਦੀ ਥਾਂ ਇਹ ਸਮਝਣਾ ਵਧੀਆ ਹੈ ਕਿ ਤੁਸੀਂ ਉਸ ਜਰਨੀ 'ਚ ਕੀ ਸਿੱਖਿਆ ਅਤੇ ਉਹ ਸਿੱਖਿਆ ਕਿਸ ਤਰ੍ਹਾਂ ਦੁਨੀਆ ਦੀਆਂ ਸਮੱਸਿਆਵਾਂ ਹੱਲ ਕਰਨ ਵਿੱਚ ਵਰਤੀ ਜਾ ਸਕਦੀ ਹੈ। ਅੱਜ ਜਦ ਅਕਸ਼ੈ ਆਪਣੇ ਪੁਰਾਣੇ ਰਿਸਰਚ ਪੇਪਰ ਵੇਖਦਾ ਹੈ ਤਾਂ ਉਸ ਨੂੰ ਫਖਰ ਹੁੰਦਾ ਹੈ, ਪਰ ਇਸ ਤੋਂ ਵੱਧ ਉਸ ਨੂੰ ਆਪਣੇ ਫੈਸਲਿਆਂ ਤੇ ਮਾਣ ਹੁੰਦਾ ਹੈ, ਜਿਨ੍ਹਾਂ ਨੇ ਉਸ ਨੂੰ ਸਿਰਫ ਇੱਕ ਵਿਦਵਾਨ ਨਹੀਂ, ਸਗੋਂ ਇੱਕ ਜ਼ਿੰਦਗੀ ਭਰ ਸਿੱਖਣ ਵਾਲਾ ਵਿਅਕਤੀ ਬਣਾ ਦਿੱਤਾ। ਇਹ ਕਹਾਣੀ ਇਹੀ ਸਿਖਾਉਂਦੀ ਹੈ ਕਿ ਸਿਰਫ ਡਿਗਰੀ ਉੱਤੇ ਨਿਰਭਰ ਨਾ ਰਹੋ। ਅਸਲ ਦੁਨੀਆ 'ਚ ਕਾਮਯਾਬੀ ਉਹਨਾਂ ਨੂੰ ਮਿਲਦੀ ਹੈ ਜੋ ਆਪਣਾ ਅਸਲ ਪੋਟੈਂਸ਼ੀਅਲ ਸਮਝ ਕੇ ਸਮਝਦਾਰੀ ਨਾਲ ਚੋਣਾਂ ਕਰਦੇ ਹਨ। PhD ਤੁਹਾਨੂੰ ਇੱਕ ਮੰਚ ਦਿੰਦੀ ਹੈ, ਪਰ ਉਡਾਣ ਤੁਹਾਨੂੰ ਆਪਣੇ ਆਪ ਭਰਨੀ ਪੈਂਦੀ ਹੈ। ਅਕਸ਼ੈ ਨੂੰ ਕੰਸਲਟੈਂਸੀ ਫਰਮ
'ਚ ਕੰਮ ਕਰਦੇ ਲਗਭਗ 1.5 ਸਾਲ ਹੋ ਗਿਆ ਸੀ। ਕੰਮ ਚੰਗਾ ਸੀ, ਤਨਖਾਹ ਵੀ ਠੀਕ-ਠਾਕ ਸੀ ਤੇ ਜ਼ਿੰਦਗੀ ਇੱਕ ਕੰਫਰਟ ਜ਼ੋਨ 'ਚ ਆ ਚੁੱਕੀ ਸੀ। ਪਰ ਉਸ ਦੇ ਦਿਲ ਦੇ ਇੱਕ ਕੋਨੇ 'ਚ ਅਜੇ ਵੀ ਅਕੈਡਮਿਕ ਜਗਤ ਲਈ ਇੱਕ ਨਰਮ ਜਗ੍ਹਾ ਸੀ। ਕਈ ਰਾਤਾਂ ਉਹ ਆਪਣੇ ਪੁਰਾਣੇ ਰਿਸਰਚ ਨੋਟਸ ਖੋਲ੍ਹ ਕੇ ਵੇਖਦਾ ਸੀ ਤੇ ਸੋਚਦਾ ਸੀ ਕਿ ਮੈਂ ਵਾਪਸ ਰਿਸਰਚ 'ਚ ਜਾ ਸਕਦਾ ਹਾਂ। ਇਹਨਾਂ ਸੋਚਾਂ ਦੇ ਵਿਚਕਾਰ ਇੱਕ ਦਿਨ ਉਸ ਦੇ ਪੁਰਾਣੇ ਗਾਈਡ ਦਾ ਮੈਸੇਜ ਆਇਆ, ਇੱਕ ਇੰਟਰਡਿਸਪਲਿਨਰੀ ਪ੍ਰੋਜੈਕਟ ਲਈ ਪੋਸਟ ਡਾਕ ਦਾ ਮੌਕਾ ਹੈ, ਤੇਰੇ ਲਈ ਬਿਲਕੁਲ ਢੁਕਵਾਂ। ਅਕਸ਼ੈ ਦਾ ਦਿਲ ਧੜਕਣ ਲੱਗਿਆ। ਉਹ ਫਿਰ ਉਸ ਦੁਨੀਆ 'ਚ ਜਾਣ ਦੇ ਵਿਚਾਰ ਨਾਲ ਥੋੜਾ ਉਤਸ਼ਾਹਤ ਹੋਇਆ, ਪਰ ਫਿਰ ਮਨ ਵਿੱਚ ਇੱਕ ਸਵਾਲ ਉੱਠਿਆ ਕਿ ਇਹ ਠੀਕ ਸਮਾਂ ਹੈ ਅਤੇ ਜੇ ਮੈਂ ਪੋਸਟ ਡਾਕਟਰੇਟ ਕਰਨ ਗਿਆ ਤਾਂ ਕਿ ਮੈਂ ਫਿਰ ਉੱਥੇ ਹੀ ਫਸ ਜਾਵਾਂਗਾ। ਇਸ ਬਾਰੇ ਉਸਨੇ ਆਪਣੇ ਇੱਕ ਪੁਰਾਣੇ ਸਾਥੀ ਨਾਲ ਗੱਲ ਕੀਤੀ, ਮਿਰਰ, ਜਿਸਨੇ PhD ਤੋਂ ਬਾਅਦ ਇੱਕ 3 ਪੋਸਟ ਡਾਕ ਕਰ ਲਏ ਸਨ। ਹਰ ਵਾਰ ਲੱਗਦਾ ਸੀ ਕਿ ਹੁਣ ਪਰਮਨੈਂਟ ਫੈਕਲਟੀ ਪੋਜੀਸ਼ਨ ਮਿਲੇਗੀ, ਪਰ ਹਰ ਵਾਰ ਕੰਟਰੈਕਟ ਮੁੱਕਣ ਤੇ ਉਹ ਕਿਸੇ ਨਵੇਂ ਲੈਬ ਵਿੱਚ ਅਸਿਸਟੈਂਟ ਰਿਸਰਚਰ ਬਣ ਜਾਂਦਾ। ਮਿਰਰ ਹੁਣ 38 ਸਾਲਾਂ ਦਾ ਹੋ ਗਿਆ ਸੀ ਅਤੇ ਅਜੇ ਵੀ ਉਹੀ ਕਰ ਰਿਹਾ ਸੀ, ਪਬਲਿਸ਼, ਅਪਲਾਈ, ਰਿਜੈਕਟ, ਦੁਬਾਰਾ ਸ਼ੁਰੂ। ਮਿਰਰ ਨੇ ਬੜੀ ਇਮਾਨਦਾਰੀ ਨਾਲ ਕਿਹਾ, ਭਰਾ, ਪੋਸਟ ਡਾਕ ਕਰਨ ਵਿੱਚ ਕੋਈ ਬੁਰਾਈ ਨਹੀਂ, ਪਰ ਜੇ ਇਹ ਸਾਰਾ ਇੱਕ ਲੂਪ ਬਣ ਜਾਵੇ ਤਾਂ ਆਹਿਸਤਾ-ਆਹਿਸਤਾ ਇੱਕ ਵਿਅਕਤੀ ਆਪਣੀ ਪਛਾਣ ਗੁਆ ਬੈਠਦਾ ਹੈ। ਲੋਕ ਤੈਨੂੰ ਸਿਰਫ ਇੱਕ ਅਸਿਸਟੈਂਟ ਸਮਝਣ ਲੱਗਦੇ ਹਨ, ਇੱਕ ਅਸਲ ਵਿਗਿਆਨੀ ਨਹੀਂ। ਖੁਦਮੁਖਤਿਆਰੀ ਦੀ ਪਛਾਣ ਤਦ ਹੀ ਬਣਦੀ ਹੈ ਜਦ ਤੁਸੀਂ ਆਪਣੇ ਆਪ ਨੂੰ ਸਵਾਲ ਪੁੱਛਦੇ ਹੋ ਅਤੇ ਉਸ ਦਾ ਹੱਲ ਵੀ ਖੁਦ ਬਣ ਕੇ ਲੱਭਦੇ ਹੋ। ਮੇਹਰ ਦੀ ਗੱਲ ਅਕਸ਼ੈ ਦੇ ਮਨ 'ਚ ਖੂਬ ਘੁੰਮ ਗਈ। ਉਸਨੇ ਸੋਚਿਆ ਕਿ ਮੈਂ ਫਿਰ ਤੋਂ ਆਪਣੇ ਆਪ ਨੂੰ ਉਸੇ ਅਣਸੁਣੇ, ਅਣਪਛਾਤੇ ਰੈਟ ਰੇਸ ਵਿੱਚ ਸੁੱਟ ਦਿਆਂ ਜਿੱਥੇ ਹਰ ਚੀਜ਼ ਅਣਸ਼ੁੱਧ ਹੈ। ਇੱਕ ਪਾਸੇ ਸੀ ਕੰਫਰਟ ਜ਼ੋਨ ਤੇ ਦੂਜੇ ਪਾਸੇ ਪੈਸ਼ਨ, ਪਰ ਨਾਲ-ਨਾਲ ਸੀ ਅਣਸੁਰੱਖਿਅਤ ਭਵਿੱਖ। ਤਦ ਹੀ ਉਸਨੇ ਫੈਸਲਾ ਲਿਆ ਕਿ ਜੇ ਵਾਪਸ ਰਿਸਰਚ ਵਿੱਚ ਜਾਣਾ ਹੈ ਤਾਂ ਇਸ ਵਾਰ ਰਣਨੀਤੀ ਨਾਲ ਜਾਣਾ ਹੋਵੇਗਾ। ਉਸਨੇ ਸੋਚਿਆ ਕਿ ਹੁਣ ਉਹ ਸਿਰਫ ਕਿਸੇ ਹੋਰ ਦੇ ਪ੍ਰੋਜੈਕਟ 'ਚ ਅਸਿਸਟੈਂਟ ਨਹੀਂ ਬਣੇਗਾ, ਸਗੋਂ ਆਪਣਾ ਖੁਦ ਦਾ ਰਿਸਰਚ ਆਈਡੀਆ ਲੈ ਕੇ ਜਾਵੇਗਾ। ਉਸਨੇ ਪੋਸਟ ਡਾਕ ਦਾ ਆਫਰ ਤਾਂ ਮਨਜ਼ੂਰ ਕੀਤਾ, ਪਰ ਇੱਕ ਸ਼ਰਤ ਨਾਲ, ਉਹ ਆਪਣੇ ਇੰਡੀਪੈਂਡੈਂਟ ਪ੍ਰੋਜੈਕਟ ਤੇ ਕੰਮ ਕਰੇਗਾ ਅਤੇ ਗ੍ਰਾਂਟ ਦੀਆਂ ਅਰਜ਼ੀਆਂ ਖੁਦ ਲਿਖੇਗਾ। ਉਸਨੇ ਇੱਕ ਵਿਲੱਖਣ ਵਿਸ਼ਾ ਚੁਣਿਆ ਜੋ ਇੰਟਰਡਿਸਪਲਿਨਰੀ ਸੀ, ਵਾਤਾਵਰਣ ਵਿਗਿਆਨ ਅਤੇ AI ਦਾ ਸੰਯੋਗ। ਹੁਣ ਉਹ ਜਾਣਦਾ ਸੀ ਕਿ ਸਿਰਫ ਕਿਸੇ ਹੋਰ ਦੀ ਲੈਬ 'ਚ ਕੰਮ ਕਰਨਾ ਕਾਫੀ ਨਹੀਂ, ਉਹਨੂੰ ਆਪਣਾ ਕੰਮ ਦੁਨੀਆ ਨੂੰ ਦਿਖਾਉਣਾ ਹੋਵੇਗਾ। ਪੋਸਟ ਡਾਕ ਦੌਰਾਨ ਉਸਨੇ ਨਾ ਸਿਰਫ 3 ਪੇਪਰ ਪ੍ਰਕਾਸ਼ਿਤ ਕੀਤੇ, ਸਗੋਂ ਇੱਕ ਰਾਸ਼ਟਰੀ ਕਾਨਫਰੰਸ 'ਚ ਯੰਗ ਰਿਸਰਚਰ ਅਵਾਰਡ ਵੀ ਜਿੱਤਿਆ। ਉਹ ਹਰ ਕਾਨਫਰੰਸ ਵਿੱਚ ਆਪਣੇ ਆਈਡੀਆਜ਼ ਨੂੰ ਮਾਲਕ ਵਾਂਗ ਪੇਸ਼ ਕਰਦਾ, ਨਾ ਕਿ ਇੱਕ ਅਸਿਸਟੈਂਟ ਵਾਂਗ। ਹੌਲੀ-ਹੌਲੀ ਲੋਕ ਉਸਨੂੰ ਜਾਣਨ ਲੱਗੇ, ਅਕਸ਼ੈ, ਜੋ ਵਾਤਾਵਰਣਕ AI ਮਾਡਲ ਤੇ ਕੰਮ ਕਰ ਰਿਹਾ ਹੈ। ਉਸਨੇ ਆਪਣੇ ਪੁਰਾਣੇ ਪ੍ਰੋਫੈਸਰਾਂ ਨੂੰ ਠੰਡੇ ਈਮੇਲ ਭੇਜਣੇ ਸ਼ੁਰੂ ਕਰ ਦਿੱਤੇ, ਨਵੇਂ ਸਾਥੀ ਲੱਭਣ ਲੱਗਾ, ਗ੍ਰਾਂਟ ਪ੍ਰਸਤਾਵ ਭੇਜਣ ਲੱਗਾ। ਇੱਕ ਵਾਰੀ ਉਸਦੀ ਫੰਡਿੰਗ ਰਿਜੈਕਟ ਹੋਈ, ਪਰ ਉਸਨੇ ਹਾਰ ਨਹੀਂ ਮੰਨੀ। ਦੂਜੀ ਵਾਰੀ ਉਸਨੇ ਮੈਂਟਰਸ਼ਿਪ ਲਈ ਆਪਣੇ ਪ੍ਰਪੋਜ਼ਲ ਨੂੰ ਨਿਕਾਰਿਆ ਅਤੇ ਮੁੜ ਭੇਜਿਆ। ਇਸ ਵਾਰੀ ਮਨਜ਼ੂਰੀ ਮਿਲ ਗਈ। ਉਹ ਦਿਨ ਉਸਦੀ ਜ਼ਿੰਦਗੀ ਦਾ ਇੱਕ ਵੱਡਾ ਮੋੜ ਸੀ। ਉਸੇ ਦਿਨ ਉਸਨੂੰ ਅਹਿਸਾਸ ਹੋਇਆ ਕਿ ਜੇ ਉਹ ਵੀ ਸ਼ੁਰੂ 'ਚ ਹੀ ਪੋਸਟ ਡਾਕ ਦੇ ਲੂਪ ਵਿੱਚ ਫਸ ਜਾਂਦਾ ਅਤੇ ਸਿਰਫ ਸਰਵਾਈਵਲ ਮੋਡ ਵਿੱਚ ਚੱਲਦਾ ਰਹਿੰਦਾ ਤਾਂ ਸ਼ਾਇਦ ਇਹ ਮੌਕਾ ਕਦੇ ਨਹੀਂ ਮਿਲਦਾ। ਪਰ ਉਸਨੇ ਪਹਿਲੇ ਹੀ ਦਿਨ ਸੋਚ ਲਿਆ ਸੀ ਕਿ ਇਹ ਪੋਸਟ ਡਾਕ ਸਿਰਫ ਇੱਕ ਪੁਲ ਹੋਵੇਗਾ, ਕੋਈ ਅਸਥਾਈ ਠਹਿਰਾਓ ਨਹੀਂ। ਉਹ ਆਪਣੇ ਲੈਬ ਦੇ ਹੋਰ ਜੂਨੀਅਰ ਪੋਸਟ ਡਾਕ ਨਾਲ ਵੀ ਇਹੀ ਗੱਲ ਸਾਂਝੀ ਕਰਦਾ ਸੀ, ਦੇਖੋ, ਜੇ ਤੁਸੀਂ ਸਿਰਫ ਕਿਸੇ ਹੋਰ ਦੇ ਪ੍ਰੋਜੈਕਟ ਤੇ ਕੰਮ ਕਰ ਰਹੇ ਹੋ ਤਾਂ ਲੋਕ ਤੁਹਾਨੂੰ ਉਸ ਲੈਬ ਦਾ ਹਿੱਸਾ ਮੰਨਣਗੇ, ਨਾ ਕਿ ਇੱਕ ਆਜ਼ਾਦ ਸੋਚ ਵਾਲਾ ਵਿਅਕਤੀ। ਜਿੰਨਾ ਵਧੇਰੇ ਸਮਾਂ ਤੁਸੀਂ ਸਹਾਇਕ ਭੂਮਿਕਾ 'ਚ ਗੁਜ਼ਾਰਦੇ ਹੋ, ਉਤਨਾ ਹੀ ਤੁਹਾਡੇ ਲਈ ਆਪਣੀ ਪਛਾਣ ਬਣਾਉਣਾ ਔਖਾ ਹੋ ਜਾਂਦਾ ਹੈ। ਆਪਣੇ ਆਪ ਨੂੰ ਇੱਕ ਨੇਤਾ ਵਜੋਂ ਸਾਬਤ ਕਰਨਾ। ਅਕਸ਼ੈ ਨੇ ਵੇਖਿਆ ਕਿ ਕਈ ਲੋਕ ਸਿਰਫ ਇਸ ਕਰਕੇ ਪੋਸਟ ਡਾਕ ਕਰਦੇ ਜਾਂਦੇ ਹਨ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਕੋਈ ਹੋਰ ਰਾਹ ਨਹੀਂ, ਪਰ ਅਸਲ ਵਿੱਚ ਉਹਨਾਂ ਕੋਲ ਸਾਫ਼ ਦਿਸ਼ਾ ਨਹੀਂ ਹੁੰਦੀ। ਉਹ ਸੋਚਦੇ ਹਨ ਕਿ ਜਿੰਨਾ ਵਧੇਰੇ ਤਜਰਬਾ ਉਤਨੇ ਵਧੇਰੇ ਮੌਕੇ, ਪਰ ਅਸਲ ਵਿੱਚ ਇਸ ਦਾ ਉਲਟ ਹੁੰਦਾ ਹੈ। ਜਿੰਨੀ ਦੇਰ ਹੁੰਦੀ ਜਾਂਦੀ ਹੈ, ਲੋਕ ਤੈਨੂੰ ਇੱਕ ਅਨੁਯਾਈ ਵਜੋਂ ਦੇਖਣ ਲੱਗਦੇ ਹਨ। ਅਕਸ਼ੈ ਨੂੰ ਹੁਣ ਇਹ ਸਾਫ਼ ਹੋ ਗਿਆ ਸੀ ਕਿ ਕਰੀਅਰ ਸਿਰਫ ਅੱਗੇ ਵਧਾਉਣਾ ਨਹੀਂ, ਸਗੋਂ ਸਮਝਦਾਰੀ ਨਾਲ ਡਿਜ਼ਾਈਨ ਕਰਨਾ ਪੈਂਦਾ ਹੈ। PhD ਤੋਂ ਬਾਅਦ 1 ਜਾਂ 2 ਸਾਲ ਦੀ ਟਾਰਗੇਟਡ ਪੋਸਟ ਡਾਕ ਲਾਭਦਾਇਕ ਹੋ ਸਕਦੀ ਹੈ, ਪਰ ਜੇ ਦਿਸ਼ਾ ਨਾ ਹੋਵੇ ਤਾਂ ਉਹ ਜਰਨੀ ਕਿਤੇ ਨਹੀਂ ਲੈ ਜਾਂਦੀ।
ਅਕਸ਼ੈ ਨੇ ਹੁਣ ਇੱਕ ਅਸਿਸਟੈਂਟ ਪ੍ਰੋਫੈਸਰਸ਼ਿਪ ਲਈ ਅਰਜ਼ੀ ਦਿੱਤੀ, ਆਪਣੇ ਇੰਡੀਪੈਂਡੈਂਟ ਕੰਮ ਅਤੇ ਫੰਡ ਪ੍ਰੋਜੈਕਟ ਨੂੰ ਉਜਾਗਰ ਕਰਦਿਆਂ। ਜਦ ਸਿਲੈਕਸ਼ਨ ਕਮੇਟੀ ਨੇ ਦੇਖਿਆ ਕਿ ਉਸਨੇ ਸਿਰਫ ਪਬਲਿਸ਼ ਹੀ ਨਹੀਂ ਕੀਤਾ, ਸਗੋਂ ਖੁਦ ਗ੍ਰਾਂਟ ਰੇਜ਼ ਕੀਤੀ, ਆਪਣੇ ਆਈਡੀਆ ਨੂੰ ਖੜਾ ਕੀਤਾ ਤੇ ਲੀਡਰਸ਼ਿਪ ਦੀਆਂ ਖੂਬੀਆਂ ਵੀ ਵਿਖਾਈਆਂ, ਤਾਂ ਉਸਦਾ ਚੁਣਾਵ ਲਗਭਗ ਪੱਕਾ ਹੋ ਗਿਆ। ਜਿਸ ਦਿਨ ਉਸਨੂੰ ਅਪਾਇੰਟਮੈਂਟ ਲੈਟਰ ਮਿਲਿਆ, ਉਹ ਆਪਣੇ ਆਪ ਨਾਲ ਮੁਸਕਰਾਇਆ ਅਤੇ ਸੋਚਿਆ ਕਿ ਮੇਅਰ ਨੂੰ ਫੋਨ ਕਰਕੇ ਧੰਨਵਾਦ ਜ਼ਰੂਰ ਕਰੇ, ਕਿਉਂਕਿ ਜੇ ਉਹ ਉਸਨੂੰ ਪੋਸਟ ਡਾਕ ਲੂਪ ਦੇ ਖਤਰੇ ਨਾ ਦੱਸਦੀ ਤਾਂ ਸ਼ਾਇਦ ਉਹ ਅਜੇ ਵੀ ਕਿਸੇ ਹੋਰ ਦੀ ਲੈਬ ਵਿੱਚ ਅਸਿਸਟੈਂਟ ਬਣ ਕੇ ਘੁੰਮ ਰਿਹਾ ਹੁੰਦਾ। ਕੁਝ ਦਿਨਾਂ ਬਾਅਦ ਅਕਸ਼ੈ ਨੇ ਆਪਣੇ ਪਰਸਨਲ ਬਲੌਗ 'ਚ ਇੱਕ ਲੇਖ ਲਿਖਿਆ, ਪੋਸਟ ਡਾਕ ਇੱਕ ਯੋਜਨਾ ਨਹੀਂ, ਇੱਕ ਪਲੇਟਫਾਰਮ ਹੈ, ਜਿਸ ਵਿੱਚ ਉਸਨੇ ਆਪਣੀ ਪੂਰੀ ਜਰਨੀ ਇਮਾਨਦਾਰੀ ਨਾਲ ਸਾਂਝੀ ਕੀਤੀ ਕਿ ਕਿਵੇਂ ਉਸਨੇ ਪੋਸਟ ਡਾਕ ਨੂੰ ਇੱਕ ਲਾਂਚ ਪੈਡ ਵਾਂਗ ਵਰਤਿਆ, ਨਾ ਕਿ ਇੱਕ ਕਦੇ ਨਾ ਮੁੱਕਣ ਵਾਲੇ ਇੰਤਜ਼ਾਰ ਘਰ ਵਾਂਗ। ਹੁਣ ਜਦ ਉਹ ਕਿਸੇ ਨਵੇਂ ਰਿਸਰਚਰ ਨੂੰ ਮਿਲਦਾ ਹੈ ਤਾਂ ਇੱਕੋ ਗੱਲ ਕਹਿੰਦਾ ਹੈ, ਪੋਸਟ ਡਾਕ ਕਰਨੀ ਹੈ ਤਾਂ ਕਰੋ, ਪਰ ਮਿਸ਼ਨ ਨਾਲ, ਨਹੀਂ ਤਾਂ ਇਹ ਟਨਲ ਜਿੰਨੀ ਲੰਮੀ ਹੋਵੇਗੀ, ਰੋਸ਼ਨੀ ਓਨੀ ਦੇਰ ਨਾਲ ਮਿਲੇਗੀ। ਇਸ ਪੂਰੀ ਕਹਾਣੀ ਤੋਂ ਇਹ ਸਿੱਖ ਮਿਲਦੀ ਹੈ ਕਿ ਅਕੈਡਮਿਕ ਦੁਨੀਆ ਵਿੱਚ ਸਮਾਂ ਅਤੇ ਛਾਪ ਪਰਸੈਪਸ਼ਨ ਬਹੁਤ ਵੱਡਾ ਭੂਮਿਕਾ ਨਿਭਾਉਂਦੇ ਹਨ। ਜੇ ਤੁਸੀਂ ਖੁਦ ਨੂੰ ਸਮੇਂ ਸਿਰ ਸਥਾਪਿਤ ਨਹੀਂ ਕਰਦੇ ਤਾਂ ਲੋਕ ਤੁਹਾਨੂੰ ਹਮੇਸ਼ਾ ਇੱਕ ਅਸਿਸਟੈਂਟ ਵਾਂਗ ਹੀ ਲੈਣਗੇ। ਇਸ ਲਈ ਪੋਸਟ ਡਾਕ ਨੂੰ ਸਿਰਫ ਸਮਾਂ ਗੁਜ਼ਾਰਨ ਦੀ ਚੀਜ਼ ਨਾ ਬਣਾਓ, ਉਸ ਨੂੰ ਆਪਣੇ ਅਗਲੇ ਕਦਮ ਦੀ ਰਣਨੀਤੀ ਬਣਾਓ। ਅਤੇ ਸਭ ਤੋਂ ਵੱਡੀ ਗੱਲ, ਆਪਣੇ ਆਪ ਨੂੰ ਕਦੇ ਵੀ ਛੋਟਾ ਨਾ ਸਮਝੋ। ਜੇ ਤੁਸੀਂ ਕਾਬਲ ਹੋ ਤਾਂ ਉਹ ਕਾਬਲੀਅਤ ਦਿਖਾਉਣ ਦਾ ਹੌਸਲਾ ਵੀ ਰੱਖੋ, ਕਿਉਂਕਿ ਦੁਨੀਆ ਉਹਨਾਂ ਲੋਕਾਂ ਨੂੰ ਜਾਣਦੀ ਹੈ ਜੋ ਖੁਦ ਨੂੰ ਇੱਕ ਲੀਡਰ ਵਾਂਗ ਪੇਸ਼ ਕਰਦੇ ਹਨ, ਨਾ ਕਿ ਉਹ ਜੋ ਸਿਰਫ ਸਾਏ ਵਿੱਚ ਲੁਕ ਕੇ ਕੰਮ ਕਰਦੇ ਹਨ। ਹੁਣ ਅਕਸ਼ੈ ਇੱਕ ਨਵੀਂ ਦੁਨੀਆ ਵਿੱਚ ਕਦਮ ਰੱਖ ਚੁੱਕਾ ਸੀ। ਅਸਿਸਟੈਂਟ ਪ੍ਰੋਫੈਸਰ ਦੀ ਦੁਨੀਆ ਹੁਣ ਅਕਸ਼ੈ ਲਈ ਸਿਰਫ ਉਸਦੀ ਆਪਣੀ ਨਹੀਂ ਸੀ, ਸਗੋਂ ਉਸਦੇ ਵਿਦਿਆਰਥੀਆਂ, ਉਸਦੀ ਰਿਸਰਚ ਲੈਬ ਅਤੇ ਇੱਕ ਨਵੇਂ ਦ੍ਰਿਸ਼ਟੀਕੋਣ ਲਈ ਸੀ। ਯੂਨੀਵਰਸਿਟੀ ਨੇ ਉਸਨੂੰ ਇੱਕ ਛੋਟਾ ਜਿਹਾ ਲੈਬ ਅਲਾਟ ਕੀਤਾ ਸੀ, ਜਿੱਥੇ ਉਹ ਆਪਣਾ ਖੁਦ ਦਾ ਰਿਸਰਚ ਪ੍ਰੋਗਰਾਮ ਸ਼ੁਰੂ ਕਰ ਸਕਦਾ ਸੀ। ਇੱਕ ਪਾਸੇ ਉਤਸ਼ਾਹ ਸੀ, ਦੂਜੇ ਪਾਸੇ ਹੌਲੀ-ਹੌਲੀ ਡਰ ਵੀ ਸੀ, ਪਰ ਸਭ ਤੋਂ ਵੱਡਾ ਸਵਾਲ ਸੀ, ਹੁਣ ਕਿਸ ਸਮੱਸਿਆ ਤੇ ਕੰਮ ਕੀਤਾ ਜਾਵੇ। ਕਈ ਦਿਨਾਂ ਤੱਕ ਉਹ ਇੰਨੀ ਸੋਚ 'ਚ ਡਿੱਬਿਆ ਰਿਹਾ। ਉਸਦੇ ਕੋਲ ਵਿਚਾਰਾਂ ਦੀ ਘਾਟ ਨਹੀਂ ਸੀ, ਉਸਦੀਆਂ ਨੋਟਬੁੱਕਾਂ ਉਹਨਾਂ ਗੁੰਝਲਦਾਰ ਥੀਫਰੀਆਂ ਅਤੇ ਸੁੰਦਰ ਹਾਈਪੋਥੇਸਿਸ ਨਾਲ ਭਰੀਆਂ ਹੋਈਆਂ ਸਨ, ਜੋ ਉਸਨੇ ਆਪਣੀ PhD ਅਤੇ ਪੋਸਟ ਡਾਕ ਦੌਰਾਨ ਲਿਖੀਆਂ ਸਨ। ਇੱਕ ਦਿਨ ਜਦ ਉਹ ਆਪਣੀ ਪੁਰਾਣੀ ਰਿਸਰਚ ਡਾਇਰੀ ਵਾਰ-ਵਾਰ ਵੇਖ ਰਿਹਾ ਸੀ ਤਾਂ ਇੱਕ ਟਾਪਿਕ ਤੇ ਨਜ਼ਰ ਟਿਕ ਗਈ, ਡਾਇਨਾਮਿਕ ਬਿਹੇਵੀਅਰ ਆਫ ਐਟਮੋਸਫੇਰਿਕ ਨੈਨੋ ਪਾਰਟੀਕਲਸ ਇਨ ਡੀਪ ਬਾਇਓਸਫੀਅਰ ਇੰਟਰਐਕਸ਼ਨ ਜ਼ੋਨਸ। ਟਾਪਿਕ ਸੁਣਨ ਵਿੱਚ ਬਹੁਤ ਸੀ, ਕੁਝ ਕਾਵਿਤਾਮਈ ਵੀ ਲੱਗਦਾ ਸੀ ਅਤੇ ਇੰਨਾ ਗੁੰਝਲਦਾਰ ਕਿ ਸੁਣਦੇ ਹੀ ਲੋਕ ਪ੍ਰਭਾਵਿਤ ਹੋ ਜਾਂਦੇ। ਉਸਨੂੰ ਯਾਦ ਆਇਆ ਕਿ ਜਦ ਉਹਨੇ ਇਹ ਟਾਪਿਕ ਇੱਕ ਕਾਨਫਰੰਸ ਵਿੱਚ ਦੱਸਿਆ ਸੀ ਤਾਂ ਕਈ ਲੋਕ ਕਹਿ ਚੁੱਕੇ ਸਨ, ਵਾਹ, ਇਹ ਤਾਂ ਬਹੁਤ ਰੋਚਕ ਲੱਗਦਾ ਹੈ। ਪਰ ਹੁਣ ਅਕਸ਼ੈ ਨੂੰ ਸਮਝ ਆਉਣ ਲੱਗੀ ਸੀ ਕਿ ਸਰਾਹਨਾ ਅਤੇ ਲਾਗੂ ਕਰਨ ਦੇ ਵਿਚਕਾਰ ਇੱਕ ਲੰਮਾ ਅੰਤਰ ਹੁੰਦਾ ਹੈ। ਉਸਨੇ ਸੋਚਿਆ ਕਿ ਇਹ ਸਮੱਸਿਆ ਵਾਕਈ ਹੱਲ ਹੋ ਸਕਦੀ ਹੈ। ਕੀ ਇਸ ਲਈ ਭਰੋਸੇਯੋਗ ਤਰੀਕੇ ਅਤੇ ਮਾਪਣਯੋਗ ਮਾਪਦੰਡ ਮੌਜੂਦ ਹਨ? ਅਤੇ ਸਭ ਤੋਂ ਵੱਡਾ ਸਵਾਲ, ਕੀ ਇਸ ਟਾਪਿਕ ਦੀ ਹਕੀਕਤ 'ਚ ਕੋਈ ਰਿਲੇਵੈਂਸ ਹੈ? ਅਗਲੇ ਦਿਨ ਉਸਨੇ ਆਪਣੇ ਇੱਕ ਸੀਨੀਅਰ ਕੋਲੀਗ ਨਾਲ ਗੱਲ ਕੀਤੀ, ਪ੍ਰੋਫੈਸਰ ਮਾਲਵੀਆ, ਜੋ ਇਨਵਾਇਰਮੈਂਟਲ ਪਾਲਿਸੀ ਅਤੇ ਪਬਲਿਕ ਹੈਲਥ 'ਚ ਕੰਮ ਕਰਦੇ ਸਨ ਅਤੇ ਜਿਨ੍ਹਾਂ ਦੀ ਟੀਮ ਨੂੰ ਵਧੀਆ ਫੰਡਿੰਗ ਮਿਲਦੀ ਸੀ। ਅਕਸ਼ੈ ਨੇ ਉਹਨਾਂ ਨੂੰ ਆਪਣੇ ਟਾਪਿਕ ਬਾਰੇ ਦੱਸਿਆ। ਮਾਲਵੀ ਸਰ ਮੁਸਕਰਾਏ ਤੇ ਕਹਿੰਦੇ, ਅਕਸ਼, ਤੈਨੂੰ ਆਪਣੇ ਟਾਪਿਕ ਤੇ ਪਿਆਰ ਹੈ, ਇਹ ਸੁਣਨ ਵਿੱਚ ਰੋਚਕ ਲੱਗਦਾ ਏ, ਪਰ ਦੱਸ, ਨਤੀਜਾ ਕੀ ਹੋਵੇਗਾ? ਕੌਣ ਲਾਭਵੰਤ ਹੋਵੇਗਾ? ਕੀ ਤੂੰ ਅਗਲੇ 5 ਸਾਲਾਂ ਵਿੱਚ ਕੋਈ ਪ੍ਰੈਕਟੀਕਲ ਮਾਡਲ ਤਿਆਰ ਕਰ ਸਕੇਂਗਾ ਜਿਸ ਨੂੰ ਕਿਸੇ ਸਰਕਾਰੀ ਜਾਂ ਪ੍ਰਾਈਵੇਟ ਏਜੰਸੀ ਤੱਕ ਲਿਜਾਇਆ ਜਾ ਸਕੇ? ਅਕਸ਼ੈ ਚੁੱਪ ਹੋ ਗਿਆ। ਉਸਨੂੰ ਅਹਿਸਾਸ ਹੋ ਗਿਆ ਕਿ ਉਹ ਇੱਕ ਐਸੀ ਸਮੱਸਿਆ ਦੇ ਪਿੱਛੇ ਭੱਜ ਰਿਹਾ ਸੀ ਜੋ ਬੁੱਧੀਜੀਵੀ ਤੌਰ ਤੇ ਤਾਂ ਆਕਰਸ਼ਕ ਸੀ, ਪਰ ਹਕੀਕਤ 'ਚ ਕਦਾਚਿਤ ਬੇਮਤਲਬ। ਉਸ ਰਾਤ ਉਸਨੇ ਇੱਕ ਵਾਰ ਫੇਰ ਆਪਣੇ ਰੁਚੀਆਂ ਅਤੇ ਤਾਕਤਾਂ ਵੱਲ ਗੰਭੀਰਤਾ ਨਾਲ ਵੇਖਿਆ। ਉਸਦੇ ਕੋਲ ਇਨਵਾਇਰਮੈਂਟਲ ਸਾਇੰਸ ਅਤੇ AI ਦੋਹਾਂ ਦਾ ਗਿਆਨ ਸੀ ਅਤੇ ਉਹ ਉਹਨਾਂ ਲੋਕਾਂ ਦੀ ਮਦਦ ਕਰਨਾ ਚਾਹੁੰਦਾ ਸੀ ਜੋ ਸਿੱਧਾ ਪ੍ਰਦੂਸ਼ਣ ਦੀ ਮਾਰ ਸਹਿ ਰਹੇ ਸਨ। ਤਦ ਹੀ ਉਸਦੇ ਮਨ ਵਿੱਚ ਇੱਕ ਨਵਾਂ ਵਿਚਾਰ ਆਇਆ ਕਿ ਅਸੀਂ AI ਦੀ ਵਰਤੋਂ ਕਰਕੇ ਪਿੰਡਾਂ ਵਿੱਚ ਪਾਣੀ ਦੀ ਗੰਦਗੀ ਦੇ ਖਤਰੇ ਨੂੰ ਪਹਿਲਾਂ ਤੋਂ ਭਵਿੱਖਬਾਣੀ ਕਰ ਸਕਦੇ ਹਾਂ, ਜਿਸ ਨਾਲ ਉਹ ਸਿਹਤ ਲਈ ਖਤਰਾ ਬਣਨ ਤੋਂ ਪਹਿਲਾਂ ਹੀ ਰੋਕਿਆ ਜਾ ਸਕੇ। ਇਹ ਵਿਚਾਰ ਸੁਣਨ ਵਿੱਚ ਨਾ ਤਾਂ ਗਲੈਮਰ ਵਾਲਾ ਸੀ, ਨਾ ਹੀ ਕੋਈ ਚਮਕੀਲਾ ਵਿਗਿਆਨਕ ਸ਼ਬਦਾਵਲੀ ਸੀ, ਪਰ ਇਸ ਵਿੱਚ ਇੱਕ ਗੱਲ ਖਾਸ ਸੀ। ਇਹ ਇੱਕ ਅਸਲੀ,
ਸੰਬੰਧਿਤ ਅਤੇ ਹੱਲ ਹੋਣ ਯੋਗ ਸਮੱਸਿਆ ਸੀ। ਪਿੰਡਾਂ ਵਿੱਚ ਸਾਫ਼ ਪਾਣੀ ਦੀ ਸਮੱਸਿਆ ਅੱਜ ਵੀ ਵੱਡਾ ਚੁਣੌਤੀ ਭਰਿਆ ਮੁੱਦਾ ਹੈ ਅਤੇ ਜੇਕਰ ਡੇਟਾ ਚਲਿਤ ਮਾਡਲ ਦੇ ਨਾਲ ਇਸ ਦੀ ਭਵਿੱਖਬਾਣੀ ਕੀਤੀ ਜਾ ਸਕੇ ਤਾਂ ਨੀਤੀ ਨਿਰਮਾਤਿਆਂ ਅਤੇ ਐਨਜੀਓਜ਼ ਲਈ ਹਕੀਕਤੀ ਹੱਲ ਨਿਕਲ ਸਕਦੇ ਹਨ। ਅਕਸ਼ੈ ਨੇ ਆਪਣੇ ਵਿਦਿਆਰਥੀਆਂ ਨਾਲ ਮਿਲ ਕੇ ਅਗਲੇ 2 ਹਫ਼ਤਿਆਂ ਵਿੱਚ ਇੱਕ ਪ੍ਰਸਤਾਵ ਤਿਆਰ ਕੀਤਾ, ਸਧਾਰਨ ਭਾਸ਼ਾ ਵਿੱਚ, ਸਾਫ਼ ਨਤੀਜਿਆਂ ਅਤੇ 18 ਮਹੀਨੇ ਵਿੱਚ ਕੰਮਯੋਗ ਮਾਡਲ ਦੇ ਰੋਡਮੈਪ ਨਾਲ। ਉਸਨੇ ਇਹ ਪ੍ਰਪੋਜ਼ਲ ਇੱਕ ਰਾਸ਼ਟਰੀ ਫੰਡਿੰਗ ਏਜੰਸੀ ਨੂੰ ਭੇਜਿਆ। ਕੁਝ ਹਫ਼ਤਿਆਂ ਬਾਅਦ ਉਸਨੂੰ ਪੁਸ਼ਟੀ ਮਿਲੀ, ਉਸ ਦਾ ਪ੍ਰਪੋਜ਼ਲ ਚੁਣਿਆ ਗਿਆ ਸੀ ਅਤੇ ਉਸਨੂੰ ਸ਼ੁਰੂਆਤੀ ਫੰਡਿੰਗ ਮਿਲ ਰਹੀ ਸੀ। ਅਕਸ਼ੈ ਨੇ ਵੇਖਿਆ ਕਿ ਇਸ ਵਾਰੀ ਨਾ ਤਾਂ ਕੋਈ ਗੁੰਝਲਦਾਰ ਵਿਗਿਆਨਕ ਸ਼ਬਦ ਵਰਤੇ ਗਏ, ਨਾ ਹੀ ਕੋਈ ਹੱਦ ਤੋਂ ਵੱਧ ਕਲਪਨਾਤਮਕ ਹਾਈਪੋਥੀਸਿਸ। ਸਿਰਫ ਇੱਕ ਐਸੀ ਸਮੱਸਿਆ ਜਿਸ ਦਾ ਹੱਲ ਸਿੱਧਾ ਅਸਰ ਪਾ ਸਕਦਾ ਸੀ। ਜਿਵੇਂ-ਜਿਵੇਂ ਪ੍ਰੋਜੈਕਟ ਅੱਗੇ ਵਧਿਆ, ਉਸ ਨੂੰ ਨੇੜਲੇ ਪਿੰਡਾਂ ਤੋਂ ਸਮਰਥਨ ਮਿਲਣ ਲੱਗਾ, ਐਨਜੀਓਜ਼ ਨੇ ਕਨੈਕਟ ਕਰਨਾ ਸ਼ੁਰੂ ਕਰ ਦਿੱਤਾ ਅਤੇ ਲੋਕਲ ਸਰਕਾਰੀ ਵਿਭਾਗਾਂ ਨੇ ਡਾਟਾ ਸਾਂਝਾ ਕਰਨ 'ਚ ਰੁਚੀ ਦਿਖਾਈ। ਉਸਨੇ ਆਪਣੇ ਵਿਦਿਆਰਥੀਆਂ ਨੂੰ ਇਹ ਸਿਖਾਇਆ ਕਿ ਹਮੇਸ਼ਾ ਉਹੀ ਸਮੱਸਿਆ ਚੁਣੋ ਜੋ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਕਿਸੇ ਦੀ ਜ਼ਿੰਦਗੀ ਬਦਲ ਸਕੇ। ਸਿਰਫ ਵਿਖਾਉਣ ਲਈ ਸੁੰਦਰ ਸਮੀਕਰਨ ਬਣਾਉਣਾ ਆਸਾਨ ਹੁੰਦਾ ਹੈ, ਪਰ ਅਸਲ ਚੁਣੌਤੀ ਤਾਂ ਉਹ ਕੰਮ ਕਰਨਾ ਹੈ ਜੋ ਕਿਸੇ ਦੇ ਕੰਮ ਆ ਸਕੇ। ਇੱਕ ਦਿਨ ਉਸਦਾ ਇੱਕ ਵਿਦਿਆਰਥੀ ਪੁੱਛ ਬੈਠਾ, ਸਰ, ਜੇ ਅਸੀਂ ਡੀਪ ਥਿਊਰੇਟੀਕਲ ਪ੍ਰੋਬਲਮਜ਼ ਤੇ ਕੰਮ ਨਹੀਂ ਕਰਾਂਗੇ ਤਾਂ ਸਾਡਾ ਰਿਸਰਚ ਵਿਜ਼ਨਰੀ ਕਿਵੇਂ ਬਣੇਗਾ? ਅਕਸ਼ੈ ਮੁਸਕਰਾ ਕੇ ਕਹਿੰਦਾ, ਵਿਜ਼ਨਰੀ ਬਣਨ ਲਈ ਕਲਪਨਾ ਜ਼ਰੂਰੀ ਹੈ, ਪਰ ਜ਼ਮੀਨ ਤੇ ਅਸਰ ਪਾਉਣ ਲਈ ਹੱਲ ਲਿਆਉਣਾ ਲਾਜ਼ਮੀ ਹੈ। ਜੇ ਤੇਰਾ ਵਿਚਾਰ ਸਿਰਫ ਪ੍ਰਸ਼ੰਸਾ ਲੈ ਆ ਰਿਹਾ ਹੈ ਤੇ ਕੋਈ ਐਕਸ਼ਨ ਨਹੀਂ, ਤਾਂ ਹੋ ਸਕਦਾ ਏ ਉਹ ਸਿਰਫ ਇੱਕ ਸ਼ੋਅ ਪੀਸ ਹੋਵੇ। ਅਕੈਡਮੀਆਂ ਵਿੱਚ ਸ਼ੋਅ ਪੀਸ ਨਾਲੋਂ ਵੱਧ ਕੇ ਜ਼ਰੂਰੀ ਹੁੰਦਾ ਏ ਵਰਕਿੰਗ ਮਾਡਲ। ਇਹ ਕਹਿ ਕੇ ਅਕਸ਼ੈ ਨੂੰ ਆਪਣੀ PhD ਦੀ ਇੱਕ ਹੋਰ ਯਾਦ ਆਈ ਜਦ ਉਸ ਦਾ ਗਾਈਡ ਨੇ ਇੱਕ ਐਸਾ ਵਿਸ਼ਾ ਉਸ ਦੇ ਹੱਥ 'ਚ ਦਿੱਤਾ ਸੀ ਜੋ ਸੁਣਨ ਵਿੱਚ ਇਨਕਲਾਬੀ ਲੱਗਦਾ ਸੀ, ਪਰ ਜਿਸ ਵਿੱਚ ਨਾ ਤਾਂ ਕੋਈ ਡਾਟਾ ਉਪਲਬਧ ਸੀ, ਨਾ ਹੀ ਕੋਈ ਸਾਫ਼ ਸੁਥਰੀ ਵਿਧੀ। 2 ਸਾਲ ਤੱਕ ਅਕਸ਼ੈ ਉਸ ਤੇ ਮੱਥਾ ਮਾਰਦਾ ਰਿਹਾ ਅਤੇ ਅੰਤ ਵਿੱਚ ਉਸ ਨੂੰ ਆਪਣਾ ਟਾਪਿਕ ਬਦਲਣਾ ਪਿਆ। ਉਸ ਸਮੇਂ ਉਹ ਪੂਰੀ ਤਰ੍ਹਾਂ ਨਹੀਂ ਸਮਝਿਆ ਸੀ, ਪਰ ਹੁਣ ਉਹ ਕਲੀਅਰਟੀ ਨਾਲ ਇੱਕ ਗੱਲ ਦੁਹਰਾਉਂਦਾ ਹੈ, ਗੁੰਝਲਦਾਰ ਵਿਸ਼ਾ ਨੂੰ ਸਿਰਫ ਪ੍ਰਸ਼ੰਸਾ ਲਈ ਨਾ ਚੁਣੋ, ਸਾਫ਼ਤਾ ਨੂੰ ਇੰਪੈਕਟ ਲਈ ਚੁਣੋ। ਹੁਣ ਉਸ ਦਾ ਲੈਬ ਇੱਕ ਪੂਰੀ ਤਰ੍ਹਾਂ ਵਿਕਸਿਤ ਰਿਸਰਚ ਯੂਨਿਟ ਬਣ ਚੁੱਕਾ ਸੀ, ਜਿੱਥੇ ਅਸਲ ਜਗਤ ਦੀਆਂ ਸਮੱਸਿਆਵਾਂ ਨੂੰ ਸਮਰਥ ਤਕਨੀਕ ਨਾਲ ਹੱਲ ਕੀਤਾ ਜਾਂਦਾ ਸੀ। ਵਿਦਿਆਰਥੀ ਖੁਦ ਪਿੰਡਾਂ 'ਚ ਜਾ ਕੇ ਸਰਵੇ ਕਰਦੇ, ਡਾਟਾ ਲਿਆਉਂਦੇ ਅਤੇ AI ਟੂਲਸ ਨਾਲ ਵਿਸ਼ਲੇਸ਼ਣ ਕਰਦੇ। ਇੱਕ ਵਾਰ ਉਸ ਦੇ ਲੈਬ ਨੇ ਇੱਕ ਖੇਤਰ ਵਿੱਚ ਆਰਸੈਨਿਕ ਗੰਦਗੀ ਦੀ ਪਹਿਲਾਂ ਤੋਂ ਭਵਿੱਖਬਾਣੀ ਕੀਤੀ, ਜਿਸ ਨਾਲ ਸੈਂਕੜੇ ਲੋਕਾਂ ਦੀ ਸਿਹਤ ਸੰਕਟ ਤੋਂ ਬਚ ਗਈ। ਉਸੇ ਸਾਲ ਇੱਕ ਰਾਸ਼ਟਰੀ ਅਖਬਾਰ ਨੇ ਉਸ ਦੇ ਕੰਮ ਨੂੰ ਫੀਚਰ ਕੀਤਾ, ਜਵਾਨ ਪ੍ਰੋਫੈਸਰ ਦਾ AI ਮਾਡਲ ਪਿੰਡ ਨੂੰ ਪਾਣੀ ਦੇ ਸੰਕਟ ਤੋਂ ਬਚਾਉਂਦਾ ਹੈ। ਉਸ ਦਿਨ ਅਕਸ਼ੈ ਨੂੰ ਉਹ ਅਸਲ ਸੰਤੁਸ਼ਟੀ ਮਿਲੀ ਜੋ ਸ਼ਾਇਦ ਕਿਸੇ ਇੰਟਰਨੈਸ਼ਨਲ ਜਰਨਲ ਵਿੱਚ ਲੇਖ ਪ੍ਰਕਾਸ਼ਿਤ ਹੋਣ ਨਾਲ ਵੀ ਨਾ ਮਿਲੀ ਹੁੰਦੀ। ਉਸ ਨੂੰ ਪਤਾ ਸੀ ਕਿ ਉਸਨੇ ਇੱਕ ਐਸਾ ਰਸਤਾ ਚੁਣਿਆ ਹੈ ਜਿਸ ਵਿੱਚ ਸਾਇੰਸ ਵੀ ਹੈ ਤੇ ਸੇਵਾ ਵੀ। ਇਸ ਕਹਾਣੀ ਤੋਂ ਇਹ ਗੱਲ ਸਾਫ਼ ਹੁੰਦੀ ਹੈ ਕਿ ਰਿਸਰਚ ਵਿੱਚ ਸਿਰਫ ਹੋਸ਼ਿਆਰੀ ਨਹੀਂ, ਸੰਤੁਲਨ ਵੀ ਲਾਜ਼ਮੀ ਹੈ। ਕੰਮ ਉਹਨਾਂ ਮੁੱਦਿਆਂ ਤੇ ਕਰਨਾ ਚਾਹੀਦਾ ਜੋ ਨਾ ਸਿਰਫ ਅਕੈਡਮਿਕ ਪੱਖੋਂ ਦਿਲਚਸਪ ਹੋਣ, ਸਗੋਂ ਹਕੀਕਤ ਵਿੱਚ ਸੰਬੰਧਿਤ ਅਤੇ ਤਕਨੀਕੀ ਤੌਰ ਤੇ ਹੱਲਯੋਗ ਵੀ ਹੋਣ। ਹੁਣ ਜਦ ਅਕਸ਼ੈ ਨਵੇਂ ਰਿਸਰਚਰਾਂ ਨੂੰ ਮਿਲਦਾ ਹੈ, ਉਹ ਇੱਕ ਸਧਾਰਨ ਸਵਾਲ ਪੁੱਛਦਾ ਹੈ, ਜੇ ਤੇਰੇ ਰਿਸਰਚ ਦਾ ਨਤੀਜਾ ਕੱਲ੍ਹ ਪ੍ਰਕਾਸ਼ਿਤ ਹੋ ਜਾਵੇ ਤਾਂ ਕਿਸ ਦੀ ਜ਼ਿੰਦਗੀ ਬਿਹਤਰ ਹੋ ਸਕਦੀ ਹੈ? ਜੇ ਉਸ ਸਵਾਲ ਦਾ ਜਵਾਬ ਸਾਫ਼ ਹੈ ਤਾਂ ਸਮਝੋ ਤੁਸੀਂ ਸਹੀ ਰਸਤੇ ਤੇ ਹੋ, ਕਿਉਂਕਿ ਅੰਤ ਵਿੱਚ ਰਿਸਰਚ ਦਾ ਅਸਲੀ ਉਦੇਸ਼ ਸਿਰਫ ਲੇਖ ਲਿਖਣਾ ਨਹੀਂ, ਸਗੋਂ ਸਮੱਸਿਆਵਾਂ ਹੱਲ ਕਰਨਾ ਹੈ। ਹੁਣ ਅਕਸ਼ੈ ਇੱਕ ਸਥਾਪਿਤ ਰਿਸਰਚਰ ਬਣ ਚੁੱਕਾ ਸੀ। ਉਸ ਦਾ ਲੈਬ ਚੰਗੀ ਤਰ੍ਹਾਂ ਚੱਲ ਰਿਹਾ ਸੀ, ਫੰਡ ਪ੍ਰੋਜੈਕਟਾਂ ਤੇ ਕੰਮ ਹੋ ਰਿਹਾ ਸੀ ਅਤੇ ਹੌਲੀ-ਹੌਲੀ ਉਸ ਦਾ ਨਾਮ ਅਕੈਡਮਿਕ ਦੁਨੀਆ ਵਿੱਚ ਫੈਲ ਰਿਹਾ ਸੀ। ਪਰ ਇੱਕ ਚੀਜ਼ ਹਜੇ ਵੀ ਬਾਕੀ ਸੀ, ਉਹ ਸੁਪਨਾ ਨੌਕਰੀ ਜੋ ਕਿਸੇ ਵੱਡੇ ਸੰਸਥਾਨ ਵਿੱਚ ਉਸ ਨੂੰ ਇੱਕ ਪੱਕੀ ਪ੍ਰੋਫੈਸਰਸ਼ਿਪ ਦੇ ਸਕੇ। ਇੱਕ ਦਿਨ ਉਸ ਨੂੰ ਇੱਕ ਮਾਨਯੋਗ ਰਾਸ਼ਟਰੀ ਸੰਸਥਾ ਤੋਂ ਈਮੇਲ ਆਇਆ, ਅਸੀਂ ਤੁਹਾਨੂੰ ਐਸੋਸੀਏਟ ਪ੍ਰੋਫੈਸਰ ਦੀ ਪੋਜੀਸ਼ਨ ਲਈ ਜੌਬ ਟਾਕ ਦੇਣ ਲਈ ਨਿਯੋਤਾ ਦਿੰਦੇ ਹਾਂ। ਉਸ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਾ। ਇਹ ਮੌਕਾ ਸੀ ਆਪਣੇ ਆਪ ਨੂੰ ਸਾਬਤ ਕਰਨ ਦਾ, ਪਰ ਉਤਸ਼ਾਹ ਦੇ ਨਾਲ-ਨਾਲ ਇੱਕ ਘਬਰਾਹਟ ਵੀ ਸੀ। ਕੀ ਉਹ ਤਿਆਰ ਹੈ? ਉਸਨੇ ਤੁਰੰਤ ਆਪਣੇ ਪੁਰਾਣੇ ਅਨੁਭਵ ਯਾਦ ਕੀਤੇ। ਇੱਕ ਸਮਾਂ ਸੀ ਜਦ ਉਹ ਸੋਚਦਾ ਸੀ ਕਿ ਜੌਬ ਟਾਕ ਸਿਰਫ ਆਪਣੇ ਡਾਟਾ ਅਤੇ ਰਿਸਰਚ ਅਚੀਵਮੈਂਟਸ ਦਿਖਾਉਣ ਦਾ ਮੌਕਾ ਹੁੰਦਾ ਹੈ, ਪਰ ਹੁਣ ਤੱਕ ਦੀ ਜਰਨੀ ਨੇ ਉਸ ਨੂੰ ਸਿਖਾ ਦਿੱਤਾ ਸੀ ਕਿ ਇਹ ਸਿਰਫ ਪੇਪਰਾਂ ਅਤੇ ਪ੍ਰੋਜੈਕਟਾਂ ਦੀ ਗੱਲ ਨਹੀਂ ਹੁੰਦੀ। ਜੌਬ ਟਾਕ ਇੱਕ ਐਸਾ ਪਲ ਹੁੰਦਾ ਹੈ ਜਿੱਥੇ ਤੁਸੀਂ ਆਪਣੇ ਰਿਸਰਚ ਦੇ ਨਾਲ-ਨਾਲ
ਆਪਣੀ ਪਰਸਨੈਲਿਟੀ, ਲੀਡਰਸ਼ਿਪ, ਦ੍ਰਿਸ਼ਟੀਕੋਣ ਅਤੇ ਕਮਿਊਨੀਕੇਸ਼ਨ ਸਕਿੱਲਸ ਵੀ ਦਰਸਾਉਂਦੇ ਹੋ। ਇਹ ਇੱਕ ਤਰ੍ਹਾਂ ਦਾ ਆਡੀਸ਼ਨ ਹੁੰਦਾ ਹੈ ਜਿੱਥੇ ਸਿਲੈਕਸ਼ਨ ਕਮੇਟੀ ਤੁਸੀਂ ਚੁਸਤ ਰਿਸਰਚਰ ਤੋਂ ਇਲਾਵਾ ਇੱਕ ਭਵਿੱਖੀ ਸਾਥੀ, ਇੱਕ ਨੇਤਾ ਅਤੇ ਇੱਕ ਮੈਂਟਰ ਨੂੰ ਵੇਖ ਰਹੀ ਹੁੰਦੀ ਹੈ। ਅਕਸ਼ੈ ਨੇ ਪ੍ਰੈਜ਼ੈਂਟੇਸ਼ਨ ਬਣਾਉਣ ਦੀ ਸ਼ੁਰੂਆਤ ਕੀਤੀ। ਪਹਿਲਾਂ ਉਸਨੇ ਸੋਚਿਆ ਕਿ ਆਪਣੇ ਸਾਰੇ ਪ੍ਰਕਾਸ਼ਿਤ ਕੰਮ ਨੂੰ ਲਾਈਨ ਬਾਈ ਲਾਈਨ ਵਿਖਾਏ, ਪਰ ਫਿਰ ਉਸਨੂੰ ਅਹਿਸਾਸ ਹੋਇਆ ਕਿ ਇਹ ਸਿਰਫ ਡਾਟਾ ਡੰਪ ਹੋਵੇਗਾ। ਉਸਨੇ ਆਪਣੇ ਕੰਮ ਨੂੰ ਇੱਕ ਸੰਗਠਿਤ ਕਹਾਣੀ ਵਾਂਗ ਪੇਸ਼ ਕਰਨ ਦਾ ਯੋਜਨਾ ਬਣਾਈ, ਇੱਕ ਐਸੀ ਜਰਨੀ ਵਾਂਗ ਜਿੱਥੇ ਹਰ ਪੜਾਅ ਤੇ ਇੱਕ ਸਵਾਲ ਸੀ ਅਤੇ ਉਸਦਾ ਹੱਲ ਕਿਵੇਂ ਲੱਭਿਆ। ਉਸਨੇ ਆਪਣੀ ਪ੍ਰੈਜ਼ੈਂਟੇਸ਼ਨ ਦੀ ਸ਼ੁਰੂਆਤ ਆਪਣੇ ਕੋਰ ਵਿਸ਼ਵਾਸ ਨਾਲ ਕੀਤੀ। ਸਾਇੰਸ ਜੋ ਲੋਕਾਂ ਤੱਕ ਨਹੀਂ ਪਹੁੰਚਦੀ, ਉਹ ਸਿਰਫ ਇੱਕ ਪਹੇਲੀ ਹੁੰਦੀ ਹੈ, ਤਰੱਕੀ ਨਹੀਂ। ਫਿਰ ਉਸਨੇ ਵਿਖਾਇਆ ਕਿ ਕਿਵੇਂ ਉਸਨੇ ਪਿੰਡਾਂ ਵਿੱਚ ਪਾਣੀ ਦੀ ਗੰਦਗੀ ਦੀ ਸਮੱਸਿਆ ਦੀ ਪਛਾਣ ਕੀਤੀ, ਇੱਕ ਸਕੇਲੇਬਲ ਹੱਲ ਬਣਾਇਆ ਅਤੇ ਜ਼ਮੀਨ ਤੇ ਅਸਲ ਪ੍ਰਭਾਵ ਪੈਦਾ ਕੀਤਾ। ਪਰ ਸਿਰਫ ਪਿਛਲਾ ਕੰਮ ਦਿਖਾ ਦੇਣਾ ਕਾਫੀ ਨਹੀਂ ਸੀ। ਉਸਨੂੰ ਇਹ ਵੀ ਦਿਖਾਉਣਾ ਸੀ ਕਿ ਅੱਗੇ ਉਹ ਕੀ ਕਰਨਾ ਚਾਹੁੰਦਾ ਹੈ, ਉਸਦੀ ਦ੍ਰਿਸ਼ਟੀ ਕੀ ਹੈ। ਇਸ ਲਈ ਪ੍ਰੈਜ਼ੈਂਟੇਸ਼ਨ ਦੇ ਦੂਜੇ ਹਿੱਸੇ ਵਿੱਚ ਉਸਨੇ ਦੱਸਿਆ ਕਿ ਆਉਣ ਵਾਲੇ 5 ਸਾਲਾਂ ਵਿੱਚ ਉਹ ਕੀ ਕਰਨਾ ਚਾਹੁੰਦਾ ਹੈ, ਕਿਵੇਂ ਨਵੀਆਂ ਤਕਨਾਲੋਜੀਆਂ ਨੂੰ ਜੋੜ ਕੇ ਵਾਤਾਵਰਣੀ ਸਿਹਤ ਵਿੱਚ ਸੁਧਾਰ ਲਿਆਉਣਾ ਅਤੇ ਵਿਦਿਆਰਥੀਆਂ ਨੂੰ ਸਿਰਫ ਤਕਨੀਕੀ ਗਿਆਨ ਨਹੀਂ, ਸਗੋਂ ਸਮਾਜਿਕ ਜ਼ਿੰਮੇਵਾਰੀ ਵਾਲੀ ਸੋਚ ਵੀ ਦੇਣੀ ਹੈ। ਜੌਬ ਟਾਕ ਦੀ ਰਿਹਰਸਲ ਲਈ ਉਸਨੇ ਆਪਣੇ ਕੁਝ ਭਰੋਸੇਯੋਗ ਸਾਥੀਆਂ ਨੂੰ ਸੱਦਾ ਦਿੱਤਾ। ਫੀਡਬੈਕ ਬੜੀ ਸਾਫ਼ ਅਤੇ ਸੱਚੀ ਮਿਲੀ। ਕਿਸੇ ਨੇ ਕਿਹਾ, ਅਕਸ਼ੈ, ਕੰਟੈਂਟ ਵਧੀਆ ਹੈ, ਪਰ ਤੁਹਾਡੀ ਟੋਨ ਥੋੜੀ ਮੋਨੋਟੋਨ ਹੋ ਗਈ, ਥੋੜਾ ਉਤਸ਼ਾਹ ਦਿਖਾਓ। ਦੂਜੇ ਨੇ ਕਿਹਾ, ਤੁਸੀਂ ਲੀਡਰਸ਼ਿਪ ਦੀ ਗੱਲ ਕੀਤੀ, ਪਰ ਕੋਈ ਅਸਲ ਮਿਸਾਲ ਵੀ ਦੱਸੋ ਜਿੱਥੇ ਤੁਸੀਂ ਟੀਮ ਨੂੰ ਗਾਈਡ ਕੀਤਾ। ਅਕਸ਼ੈ ਨੇ ਉਹ ਸਾਰੀਆਂ ਗੱਲਾਂ ਗੰਭੀਰਤਾ ਨਾਲ ਲਏ। ਉਸਨੇ ਆਪਣੀ ਬੋਲਣ ਦੀ ਅਦਾ ਨੂੰ ਨਿਖਾਰਿਆ, ਹਾਵ-ਭਾਵ ਅਤੇ ਰੁਕਾਵਟਾਂ ਤੇ ਧਿਆਨ ਦਿੱਤਾ ਅਤੇ ਹਰ ਉਸ ਹਿੱਸੇ ਵਿੱਚ ਨਿੱਜੀ ਉਦਾਹਰਣ ਸ਼ਾਮਲ ਕੀਤੀਆਂ ਜਿੱਥੇ ਲੀਡਰਸ਼ਿਪ ਅਤੇ ਮੈਂਟੋਰਿੰਗ ਦੀ ਗੱਲ ਸੀ। ਉਸਨੂੰ ਯਾਦ ਆਇਆ, ਇੱਕ ਵਾਰ ਉਸਦੀ ਟੀਮ ਵਿੱਚ 2 ਜੂਨੀਅਰ ਰਿਸਰਚਰਾਂ ਵਿਚਕਾਰ ਟਕਰਾਅ ਹੋ ਗਿਆ ਸੀ ਅਤੇ ਕਿਵੇਂ ਉਸਨੇ ਸ਼ਾਂਤ ਮਗੀ ਨਾਲ ਇਹ ਮਾਮਲਾ ਸੁਲਝਾਇਆ ਸੀ। ਨਾ ਸਿਰਫ ਵਿਵਾਦ ਹੱਲ ਕੀਤਾ, ਸਗੋਂ ਦੋਹਾਂ ਨੂੰ ਇੱਕ ਸਾਂਝੇ ਪ੍ਰੋਜੈਕਟ ਤੇ ਲਿਆ ਕੇ ਇੱਕ ਉਤਪਾਦਕ ਨਤੀਜਾ ਵੀ ਕੱਢਿਆ। ਇਹ ਮਿਸਾਲ ਉਸਨੇ ਆਪਣੀ ਪ੍ਰੈਜ਼ੈਂਟੇਸ਼ਨ ਵਿੱਚ ਸ਼ਾਮਲ ਕੀਤੀ ਤਾਂ ਜੋ ਇਹ ਸਾਫ਼ ਹੋ ਜਾਵੇ ਕਿ ਉਹ ਸਿਰਫ ਲੈਬ ਵਿੱਚ ਕੰਮ ਕਰਨ ਵਾਲਾ ਵਿਅਕਤੀ ਨਹੀਂ, ਸਗੋਂ ਲੋਕਾਂ ਨੂੰ ਜੋੜਨ ਅਤੇ ਮੋਟੀਵੇਟ ਕਰਨ ਵਾਲਾ ਨੇਤਾ ਵੀ ਹੈ। ਪ੍ਰੈਜ਼ੈਂਟੇਸ਼ਨ ਦੇ ਦਿਨ ਉਹ ਥੋੜਾ ਨਰਵਸ ਸੀ, ਪਰ ਆਤਮ ਵਿਸ਼ਵਾਸ ਨਾਲ ਭਰਪੂਰ ਵੀ। ਉਸਨੇ ਸਧਾਰਨ ਸ਼ਬਦਾਂ ਵਿੱਚ ਆਪਣੀ ਗੱਲ ਰੱਖੀ, ਬੇਵਜ੍ਹਾ ਤਕਨੀਕੀ ਭਾਸ਼ਾ ਤੋਂ ਬਚਿਆ ਅਤੇ ਹਰ ਜਟਿਲ ਬਿੰਦੂ ਨੂੰ ਸੰਬੰਧਿਤ ਉਦਾਹਰਨਾਂ ਰਾਹੀਂ ਸਮਝਾਇਆ। ਕਈ ਵਾਰ ਉਹ ਦਰਸ਼ਕਾਂ ਨਾਲ ਇੰਟਰੈਕਟ ਕਰਦਾ, ਸਵਾਲ ਪੁੱਛਦਾ, ਜਿਸ ਨਾਲ ਪੂਰੀ ਆਡੀਅנס ਜੋੜੀ ਰਹੀ। ਇੱਕ ਪ੍ਰੋਫੈਸਰ ਨੇ ਵਿਚਕਾਰ ਪੁੱਛਿਆ ਕਿ ਜੇ ਅਸੀਂ ਤੁਹਾਨੂੰ ਇਹ ਪੋਜੀਸ਼ਨ ਦਈਏ ਤਾਂ ਤੁਸੀਂ ਆਪਣੇ ਲੈਬ ਤੋਂ ਉੱਪਰਲੇ ਪੱਧਰ ਤੇ ਕਿਵੇਂ ਯੋਗਦਾਨ ਦਿਆਂਗੇ। ਅਕਸ਼ੈ ਨੇ ਬਿਨਾਂ ਝਿਜਕ ਕਿਹਾ, ਮੈਂ ਇੱਕ ਵਿਦਿਆਰਥੀ ਚਲਿਤ ਵਾਤਾਵਰਣੀ ਲੈਬ ਦੀ ਸ਼ੁਰੂਆਤ ਕਰਨਾ ਚਾਹੁੰਦਾ ਹਾਂ ਜਿੱਥੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀ ਮਿਲ ਕੇ ਸਥਾਨਕ ਸਮੱਸਿਆਵਾਂ ਦੇ ਹੱਲ ਲਈ ਕੰਮ ਕਰਨ। ਫਿਰ ਕਿਹਾ, ਮੈਂ ਵਿਗਿਆਨ ਨੂੰ ਜਰਨਲਾਂ ਤੋਂ ਬਾਹਰ ਕੱਢ ਕੇ ਕਮਿਊਨਿਟੀ ਵਿੱਚ ਲੈ ਕੇ ਆਉਣਾ ਚਾਹੁੰਦਾ ਹਾਂ। ਉਸ ਦੇ ਜਵਾਬ ਨੇ ਸਾਰਿਆਂ ਦਾ ਧਿਆਨ ਖਿੱਚ ਲਿਆ। ਇਹ ਸਿਰਫ ਇੱਕ ਵਿਗਿਆਨੀ ਦੀ ਗੱਲ ਨਹੀਂ ਸੀ, ਇਹ ਇੱਕ ਦ੍ਰਿਸ਼ਟੀ ਵਾਲੇ ਇਨਸਾਨ ਦੀ ਗੱਲ ਸੀ। ਜੌਬ ਟਾਕ ਮਗਰੋਂ ਫੀਡਬੈਕ ਬਹੁਤ ਹੀ ਉਤਸ਼ਾਹਵਰਤਕ ਸੀ। ਇੱਕ ਸੀਨੀਅਰ ਮੈਂਬਰ ਨੇ ਕਿਹਾ, ਤੁਸੀਂ ਸਾਨੂੰ ਸਿਰਫ ਆਪਣੀ ਰਿਸਰਚ ਨਹੀਂ ਦਿਖਾਈ, ਸਗੋਂ ਆਪਣਾ ਮਿਸ਼ਨ ਵੀ ਦਿਖਾਇਆ। ਕੁਝ ਹਫ਼ਤਿਆਂ ਬਾਅਦ ਜਦੋਂ ਨਿਯੁਕਤੀ ਪੱਤਰ ਆਇਆ ਤਾਂ ਅਕਸ਼ੈ ਦੀਆਂ ਅੱਖਾਂ ਵਿੱਚ ਖੁਸ਼ੀ ਅਤੇ ਸੰਤੋਸ਼ ਦੋਹਾਂ ਸੀ। ਉਸਨੇ ਆਪਣੇ ਆਪ ਨਾਲ ਕਿਹਾ, ਜੇ ਮੈਂ ਸਿਰਫ ਡਾਟਾ ਪੜ੍ਹ ਕੇ ਦਿਖਾਉਂਦਾ ਤਾਂ ਸ਼ਾਇਦ ਚੁਣਾਵ ਨਾ ਹੁੰਦਾ, ਪਰ ਮੈਂ ਆਪਣੀ ਕਹਾਣੀ, ਆਪਣਾ ਕਾਰਨ ਤੇ ਆਪਣਾ ਤਰੀਕਾ ਸਾਂਝਾ ਕੀਤਾ ਤੇ ਉਹੀ ਮੇਰੇ ਕੰਮ ਆਇਆ। ਹੁਣ ਜਦੋਂ ਉਸਦੇ ਕੋਲ ਆਪਣੀ ਟੀਮ ਸੀ, ਉਹ ਆਪਣੇ ਵਿਦਿਆਰਥੀਆਂ ਨੂੰ ਵੀ ਇਹੀ ਸਿਖਾਉਂਦਾ ਕਿ ਜੌਬ ਟਾਕ ਸਿਰਫ ਤੈਅ ਕੀਤੀ ਯੋਗਤਾਵਾਂ ਦੀ ਪ੍ਰਸਤੁਤੀ ਨਹੀਂ, ਇਹ ਤੇਰੇ ਭਵਿੱਖ ਦੀ ਬਲੂਪ੍ਰਿੰਟ ਹੁੰਦੀ ਹੈ। ਇਸ ਵਿੱਚ ਤੁਸੀਂ ਸਿਰਫ ਸਮਝਦਾਰ ਰਿਸਰਚਰ ਨਹੀਂ, ਇੱਕ ਮਜ਼ਬੂਤ ਸੰਚਾਰਕ ਅਤੇ ਉਦੇਸ਼ਪੂਰਕ ਨੇਤਾ ਵਜੋਂ ਸਾਹਮਣੇ ਆਉਂਦੇ ਹੋ। ਉਹ ਕਹਿੰਦਾ ਸੀ ਕਿ ਪ੍ਰੈਜ਼ੈਂਟੇਸ਼ਨ ਵਿੱਚ ਜਿੰਨੇ ਤੁਸੀਂ ਵਿਸ਼ਵਾਸਯੋਗ ਅਤੇ ਸਾਫ਼ ਹੋਵੋਗੇ, ਉਨਾ ਹੀ ਵਧੇਰੇ ਪ੍ਰਭਾਵਸ਼ਾਲੀ ਹੋਵੋਗੇ ਤੇ ਲੋਕ ਤੁਹਾਡੇ ਡੇਟਾ ਨਾਲ ਨਹੀਂ, ਤੁਹਾਡੀ ਡਿਲੀਵਰੀ ਨਾਲ ਜੁੜਦੇ ਹਨ। ਉਸਨੇ ਆਪਣੇ ਵਿਭਾਗ ਵਿੱਚ ਇੱਕ ਵਰਕਸ਼ਾਪ ਰਿਸਰਚ ਤੋਂ ਰਿਪਰੈਜ਼ੈਂਟੇਸ਼ਨ ਦੀ ਸ਼ੁਰੂਆਤ ਕੀਤੀ ਜਿਸ ਵਿੱਚ ਨਵੇਂ PhD ਸਕਾਲਰਾਂ ਨੂੰ ਸਿਖਾਇਆ ਜਾਂਦਾ ਸੀ ਕਿ ਆਪਣੀ ਰਿਸਰਚ ਨੂੰ ਕਿਵੇਂ ਇੱਕ ਕਹਾਣੀ ਵਾਂਗ ਪੇਸ਼ ਕਰਨਾ ਹੈ, ਆਪਣੀ ਆਵਾਜ਼, ਬਾਡੀ ਲੈਂਗੁਏਜ ਨਾਲ ਕਿਵੇਂ ਭਰੋਸਾ ਬਣਾਉਣਾ ਹੈ ਤੇ ਨੰਬਰਾਂ ਦੀ ਥਾਂ ਆਪਣੇ ਕੰਮ ਨੂੰ ਅਸਲ ਪ੍ਰਭਾਵ ਵਿੱਚ ਕਿਵੇਂ ਤਬਦੀਲ ਕਰਨਾ ਹੈ। ਅਕਸ਼ੈ ਦੀ ਯਾਤਰਾ
ਹੁਣ ਇੱਕ ਪੂਰਾ ਚੱਕਰ ਪੂਰਾ ਕਰ ਚੁੱਕੀ ਸੀ। ਜੋ ਮੁੰਡਾ ਕਦੇ PhD ਨੂੰ ਆਪਣਾ ਅੰਤਮ ਮੰਜ਼ਿਲ ਸਮਝ ਬੈਠਿਆ ਸੀ, ਉਹ ਹੁਣ ਖੁਦ ਇੱਕ ਫੈਸਲਾ ਲੈਣ ਵਾਲਾ ਬਣ ਗਿਆ ਸੀ ਜੋ ਦੂਜਿਆਂ ਦੀ ਯਾਤਰਾ ਨੂੰ ਦਿਸ਼ਾ ਦੇ ਰਿਹਾ ਸੀ। ਇਸ ਸਾਰੀ ਕਹਾਣੀ ਤੋਂ ਇਹ ਸਿੱਖਣ ਨੂੰ ਮਿਲਦਾ ਹੈ ਕਿ ਅਕੈਡਮਿਕ ਸ਼੍ਰੇਸ਼ਠਤਾ ਤਾਂ ਜ਼ਰੂਰੀ ਹੈ, ਪਰ ਜੌਬ ਟਾਕ ਦੇ ਮੰਚ ਤੇ ਸਭ ਤੋਂ ਵੱਧ ਜੋ ਚਮਕਦਾ ਹੈ ਉਹ ਹੁੰਦਾ ਹੈ ਦ੍ਰਿਸ਼ਟੀ, ਸਾਫ਼ਗੋਈ ਅਤੇ ਕਨੈਕਸ਼ਨ। ਤੁਸੀਂ ਚਾਹੇ ਕਿੰਨਾ ਵੀ ਵਧੀਆ ਕੰਮ ਕੀਤਾ ਹੋ, ਜੇਕਰ ਤੁਸੀਂ ਉਸ ਨੂੰ ਆਤਮ ਵਿਸ਼ਵਾਸ ਨਾਲ ਅਤੇ ਸਾਫ਼ ਢੰਗ ਨਾਲ ਪੇਸ਼ ਨਹੀਂ ਕਰ ਸਕਦੇ ਤਾਂ ਉਹ ਸਿਰਫ ਕਾਗਜ਼ ਦਾ ਇੱਕ ਪੱਤਰ ਬਣ ਕੇ ਰਹਿ ਜਾਂਦਾ ਹੈ। ਪਰ ਜੇ ਤੁਸੀਂ ਆਪਣੀ ਗੱਲ ਦਿਲੋਂ ਰੱਖੋ, ਆਪਣੀ ਜਰਨੀ ਨੂੰ ਸੱਚਾਈ ਅਤੇ ਉਦੇਸ਼ ਨਾਲ ਸਾਂਝਾ ਕਰੋ, ਤਾਂ ਉਹੀ ਜੌਬ ਟਾਕ ਤੁਹਾਡੇ ਲਈ ਉਹ ਦਰਵਾਜ਼ੇ ਖੋਲ੍ਹ ਸਕਦੀ ਹੈ ਜੋ ਸਿਰਫ ਡਿਗਰੀਆਂ ਨਹੀਂ ਖੋਲ੍ਹ ਸਕਦੀਆਂ। ਅਕਸ਼ੈ ਹੁਣ ਆਪਣੀ ਜ਼ਿੰਦਗੀ ਦੇ ਉਸ ਮੋੜ ਤੇ ਸੀ ਜਿੱਥੇ ਪਿੱਛੇ ਮੁੜ ਕੇ ਦੇਖਣ ਤੇ ਆਪਣੀ ਪੂਰੀ ਜਰਨੀ ਇੱਕ ਫਿਲਮ ਵਾਂਗ ਲੱਗਦੀ ਸੀ। PhD ਦੌਰਾਨ ਲੈਬ ਵਿੱਚ ਕੱਟੇ ਦਿਨ ਰਾਤ, ਪੋਸਟ ਡਾਕ ਵਿੱਚ ਆਪਣੀ ਪਛਾਣ ਦੀ ਖੋਜ, ਔਖਾ ਫੈਸਲਾ ਲੈਣਾ ਕਿ ਕਿਹੜੀ ਸਮੱਸਿਆ ਹਕੀਕਤ ਵਿੱਚ ਹੱਲ ਕਰਨ ਯੋਗ ਹੈ, ਜੌਬ ਟਾਕ ਦੀ ਤਿਆਰੀ ਅਤੇ ਹੁਣ ਇੱਕ ਸਥਾਪਿਤ ਪ੍ਰੋਫੈਸਰ ਵਜੋਂ ਕਈ ਵਿਦਿਆਰਥੀਆਂ ਦੀ ਜ਼ਿੰਦਗੀ ਨੂੰ ਰੂਪ ਦੇਣਾ। ਪਰ ਜੇ ਇਹ ਸਾਰੀ ਕਹਾਣੀ ਵਾਪਸ ਰਿਵਾਈਂਡ ਕੀਤੀ ਜਾਵੇ ਤਾਂ ਇੱਕ ਚਿਹਰਾ ਸਭ ਤੋਂ ਪਹਿਲਾਂ ਸਾਹਮਣੇ ਆਉਂਦਾ, ਪ੍ਰੋਫੈਸਰ ਸ਼੍ਰੀਨਿਵਾਸਨ, ਉਹੀ ਵਿਅਕਤੀ ਜਿਸਨੇ ਅਕਸ਼ੈ ਨੂੰ ਸਿਰਫ ਰਿਸਰਚ ਨਹੀਂ ਸਗੋਂ ਜ਼ਿੰਮੇਵਾਰੀ ਵੀ ਸਿਖਾਈ ਸੀ। ਅਕਸ਼ੈ ਹੁਣ ਚੰਗੀ ਤਰ੍ਹਾਂ ਸਮਝ ਚੁੱਕਾ ਸੀ ਕਿ ਕਾਮਯਾਬੀ ਸਿਰਫ ਪ੍ਰਕਾਸ਼ਨਾਂ ਨਾਲ ਨਹੀਂ ਮਿਲਦੀ, ਸਗੋਂ ਇੱਕ ਚੰਗੇ ਮਾਰਗਦਰਸ਼ਕ ਅਤੇ ਮੈਂਟਰ ਦੀ ਰਹਿਨੁਮਾਈ ਨਾਲ ਮਿਲਦੀ ਹੈ, ਅਤੇ ਇਹ ਸਮਝ ਉਸਨੇ ਤਜਰਬੇ ਨਾਲ ਹਾਸਿਲ ਕੀਤੀ ਸੀ। ਸ਼ੁਰੂਆਤ ਵਿੱਚ ਜਦੋਂ ਅਕਸ਼ੈ ਨੇ PhD ਦੀ ਸ਼ੁਰੂਆਤ ਕੀਤੀ ਸੀ, ਉਹ ਬਹੁਤ ਉਤਸ਼ਾਹਿਤ ਸੀ, ਕੋਲ ਆਈਡੀਆ ਸੀ, ਊਰਜਾ ਸੀ, ਪਰ ਦਿਸ਼ਾ ਨਹੀਂ ਸੀ। ਉਸ ਦੇ ਸੀਨੀਅਰਾਂ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਕੁਝ ਐਡਵਾਈਜ਼ਰ ਐਸੇ ਹੁੰਦੇ ਹਨ ਜੋ ਵਿਦਿਆਰਥੀਆਂ ਨੂੰ ਸਿਰਫ ਲੈਬ ਅਸਿਸਟੈਂਟ ਵਜੋਂ ਦੇਖਦੇ ਹਨ, ਉਹਨਾਂ ਨੂੰ ਕੰਮ ਤਾਂ ਦਿੰਦੇ ਹਨ ਪਰ ਨਾਮ ਨਹੀਂ। ਉਹ ਉਹਨਾਂ ਦੇ ਭਵਿੱਖ ਨੂੰ ਨਿਰਮਾਣ ਕਰਨ ਦੀ ਬਜਾਏ ਆਪਣੇ ਪ੍ਰੋਜੈਕਟਾਂ ਵਿੱਚ ਸਿਰਫ ਵਰਤਦੇ ਹਨ। ਪਰ ਸ਼੍ਰੀਨਿਵਾਸਨ ਸਰ ਵੱਖਰੇ ਸਨ। ਉਹ ਸ਼ੁਰੂ ਤੋਂ ਅਕਸ਼ੈ ਦੇ ਨਾਲ ਬੈਠਦੇ, ਉਸ ਦੀ ਗੱਲ ਸੁਣਦੇ ਅਤੇ ਬੜੀ ਨਰਮੀ ਨਾਲ ਉਸ ਦੇ ਰਾਹ ਸਾਫ਼ ਕਰਦੇ। ਉਹ ਕਦੇ ਵੀ ਮਾਈਕਰੋ ਮੈਨੇਜ ਨਹੀਂ ਕਰਦੇ ਸਨ। ਉਹ ਕਹਿੰਦੇ, ਮੈਂ ਤੇਰੇ ਹਰ ਕਦਮ ਤੇ ਹੱਥ ਨਹੀਂ ਫੜਾਂਗਾ, ਪਰ ਤੇਰੇ ਕੋਲ-ਕੋਲ ਚੱਲਾਂਗਾ। ਇਹ ਲਾਈਨ ਅਕਸ਼ੈ ਕਦੇ ਨਹੀਂ ਭੁੱਲਿਆ। ਇੱਕ ਵਾਰੀ ਜਦ ਅਕਸ਼ੈ ਨੇ ਇੱਕ ਪੇਪਰ ਸਮਰਪਿਤ ਕੀਤਾ ਜਿਸ ਵਿੱਚ ਕਈ ਨਵੇਂ ਆਈਡੀਆਜ਼ ਸਨ, ਰਿਵਿਊਅਰਾਂ ਦੇ ਟਿੱਪਣੀਆਂ ਬਹੁਤ ਹੀ ਸਖਤ ਸਨ। ਅਕਸ਼ੈ ਦਾ ਹੌਸਲਾ ਟੁੱਟ ਗਿਆ। ਉਹ ਸੋਚਣ ਲੱਗਾ ਕਿ ਸ਼ਾਇਦ ਉਹ ਰਿਸਰਚ ਦੇ ਕਾਬਲ ਨਹੀਂ। ਤਦ ਸ਼੍ਰੀਨਿਵਾਸਨ ਸਰ ਨੇ ਉਸ ਨੂੰ ਬੁਲਾਇਆ ਤੇ ਕਿਹਾ, ਆਈਡੀਆਜ਼ ਰਿਜੈਕਟ ਹੁੰਦੇ ਹਨ, ਲੋਕ ਨਹੀਂ। ਫੀਡਬੈਕ ਨੂੰ ਫੇਲਿਅਰ ਨਾਲ ਨਾ ਮਿਲਾ। ਫਿਰ ਉਹਨਾਂ ਨੇ ਪੇਪਰ ਨੂੰ ਦੁਬਾਰਾ ਵੇਖਿਆ ਤੇ ਕੁਝ ਤਾਰਦਾਰ ਸੁਝਾਅ ਦਿੱਤੇ, ਪਰ ਅੰਤਿਮ ਫੈਸਲਾ ਅਕਸ਼ੈ ਤੇ ਛੱਡ ਦਿੱਤਾ। ਹੋਰ ਕਈ ਲੈਬਾਂ ਵਿੱਚ ਅਕਸ਼ੈ ਨੇ ਵੇਖਿਆ ਸੀ ਕਿ ਐਡਵਾਈਜ਼ਰ ਵਿਦਿਆਰਥੀਆਂ ਦੇ ਫੈਸਲੇ ਆਪਣੇ ਹੱਥ ਵਿੱਚ ਲੈ ਲੈਂਦੇ ਹਨ। ਕਿਹੜਾ ਟਾਪਿਕ ਚੁਣਨਾ, ਕਿਹੜਾ ਜਰਨਲ ਟਾਰਗੇਟ ਕਰਨਾ, ਸਭ ਉਹਨਾਂ ਦੇ ਹੁਕਮਾਂ ਅਧੀਨ ਹੁੰਦੇ। ਕਈ ਵਾਰ ਤਾਂ ਉਹ ਫਰਸਟ ਆਥਰ ਬਣਨ ਲਈ ਵਿਦਿਆਰਥੀ ਦੀ ਸਾਰੀ ਮਿਹਨਤ ਨੂੰ ਕਟਾ ਕੇ ਦੇਖਦੇ ਸਨ। ਪਰ ਸ਼੍ਰੀਨਿਵਾਸਨ ਸਰ ਨੇ ਹਮੇਸ਼ਾ ਇਹ ਗੱਲ ਜ਼ੋਰ ਨਾਲ ਕਹੀ, ਯੋਰ ਨੇਮ, ਯੋਰ ਵਰਕ। ਉਹ ਕਦੇ ਵੀ ਕਿਸੇ ਐਸੇ ਪੇਪਰ ਵਿੱਚ ਆਪਣਾ ਨਾਮ ਨਹੀਂ ਰੱਖਦੇ ਸਨ ਜਿਸ ਵਿੱਚ ਉਹਨਾਂ ਦਾ ਡਾਇਰੈਕਟ ਯੋਗਦਾਨ ਨਾ ਹੋਵੇ। ਜਦ ਅਕਸ਼ੈ ਨੇ ਆਪਣਾ ਪਹਿਲਾ ਸਵਤੰਤਰ ਪੇਪਰ ਛਪਵਾਇਆ, ਉਸ ਵਿੱਚ ਸ਼੍ਰੀਨਿਵਾਸਨ ਸਰ ਦਾ ਨਾਮ ਨਹੀਂ ਸੀ, ਸਿਰਫ ਐਕਨਾਲਜਮੈਂਟ ਵਿੱਚ। ਤੇ ਫਿਰ ਵੀ ਉਹ ਸਭ ਤੋਂ ਵਧੇਰੇ ਖੁਸ਼ ਸਨ। ਜਦ ਅਕਸ਼ੈ ਨੂੰ ਪਹਿਲੀ ਵਾਰੀ ਕਿਸੇ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਪ੍ਰਸਤੁਤੀ ਦਾ ਮੌਕਾ ਮਿਲਿਆ ਤਾਂ ਕਈ ਪ੍ਰੋਫੈਸਰਾਂ ਨੇ ਸ਼੍ਰੀਨਿਵਾਸਨ ਸਰ ਨੂੰ ਪੁੱਛਿਆ, ਤੁਸੀਂ ਆਪਣੇ ਵਿਦਿਆਰਥੀ ਨੂੰ ਬਾਹਰ ਭੇਜ ਦਿੱਤਾ? ਸਰ ਹੱਸ ਕੇ ਕਹਿੰਦੇ, ਹਾਂ, ਇਹ ਉਸਨੇ ਖੁਦ ਕਮਾਇਆ ਹੈ, ਮੈਂ ਨਹੀਂ। ਹੁਣ ਜਦ ਅਕਸ਼ੈ ਖੁਦ ਇੱਕ ਮੈਂਟਰ ਬਣ ਚੁੱਕਾ ਸੀ, ਉਹ ਸਮਝ ਗਿਆ ਸੀ ਕਿ ਇੱਕ ਸੱਚਾ ਐਡਵਾਈਜ਼ਰ ਸਿਰਫ ਰਿਸਰਚ ਗਾਈਡ ਨਹੀਂ ਹੁੰਦਾ, ਉਹ ਇੱਕ ਕੈਰੀਅਰ ਨਿਰਮਾਤਾ ਹੁੰਦਾ ਹੈ ਜੋ ਤੁਹਾਨੂੰ ਉਡਾਣ ਲਈ ਪੰਖ ਦਿੰਦਾ ਹੈ। ਪਰ ਇਹ ਨਹੀਂ ਦੱਸਦਾ ਕਿ ਕਿਹੜੇ ਰੁੱਖ ਉਡਾਣੀ ਲੈਣੀ ਹੈ ਜੋ ਤੈਨੂੰ ਡਿੱਗਣ ਦਿੰਦਾ ਹੈ, ਪਰ ਜ਼ਮੀਨ ਤੇ ਡਿੱਗਣ ਤੋਂ ਪਹਿਲਾਂ ਤੈਨੂੰ ਫੜ ਵੀ ਲੈਂਦਾ ਹੈ, ਜੋ ਤੇਰੀ ਸਫਲਤਾ ਨੂੰ ਆਪਣੀ ਟਰਾਫੀ ਨਹੀਂ ਬਣਾਉਂਦਾ ਬਲਕਿ ਤੇਰੀ ਪਛਾਣ ਬਣਨ ਦਿੰਦਾ ਹੈ। ਇੱਕ ਵਾਰੀ ਉਸ ਦੀ ਲੈਬ ਦੀ ਵਿਦਿਆਰਥਣ ਨਿਹਾਰਿਕਾ ਇੱਕ ਕੰਪਲੈਕਸ ਮਾਡਲ ਤੇ ਕੰਮ ਕਰ ਰਹੀ ਸੀ। ਉਸਨੇ ਇੱਕ ਸ਼ਾਨਦਾਰ ਪ੍ਰੋਟੋਟਾਈਪ ਬਣਾਇਆ ਸੀ, ਪਰ ਉਹ ਖੁਦ ਨੂੰ ਅਣਸੁਰੱਖਿਅਤ ਮਹਿਸੂਸ ਕਰ ਰਹੀ ਸੀ। ਅਕਸ਼ੈ ਨੇ ਉਸ ਨੂੰ ਕਿਹਾ, ਤੂੰ ਇਸ ਪ੍ਰੋਜੈਕਟ ਦੀ ਲੀਡ ਹੋਵੇਂਗੀ। ਜਦੋਂ ਫੰਡ ਆਏਗਾ, ਜਦੋਂ ਪਬਲਿਸ਼ ਹੋਵੇਗਾ ਜਾਂ ਮੀਡੀਆ ਕਵਰੇਜ ਆਏਗੀ, ਤੂੰ ਅੱਗੇ ਹੋਵੇਂਗੀ, ਮੈਂ ਸਿਰਫ ਤੇਰੇ ਪਿੱਛੇ ਖੜਾ ਹੋਵਾਂਗਾ। ਇਹ ਉਹੀ ਸੱਭਿਆਚਾਰ ਸੀ ਜੋ ਉਸਨੇ ਸ਼੍ਰੀਨਿਵਾਸਨ ਸਰ ਤੋਂ ਸਿੱਖਿਆ ਸੀ, ਅਤੇ ਹੁਣ ਉਹੋ ਜਿਹੀ ਮੈਂਟੋਰਸ਼ਿਪ ਅੱਗੇ ਵਧਾ ਰਿਹਾ ਸੀ ਜਿੱਥੇ ਆਜ਼ਾਦੀ ਹੈ, ਭਰੋਸਾ ਹੈ ਅਤੇ ਸੱਚੀ ਸਹਾਇਤਾ।
ਹੁਣ ਉਹ ਕਦੇ-ਕਦੇ ਆਪਣੇ ਪੁਰਾਣੇ ਮੈਂਟਰ ਨਾਲ ਗੱਲ ਕਰ ਲਿਆ ਕਰਦਾ ਸੀ। ਇੱਕ ਵਾਰ ਕਾਲ ਤੇ ਸ਼੍ਰੀਨਿਵਾਸਨ ਸਰ ਨੇ ਕਿਹਾ, ਤੈਨੂੰ ਵੇਖ ਕੇ ਹੁਣ ਲੱਗਦਾ ਹੈ ਕਿ ਸ਼ਾਇਦ ਮੈਂ ਕੁਝ ਸਹੀ ਕੀਤਾ ਹੋਵੇਗਾ। ਅਕਸ਼ੈ ਹੱਸਦਾ ਹੋਇਆ ਬੋਲਾ, ਸਰ ਤੁਸੀਂ ਤਾਂ ਸਭ ਕੁਝ ਸਹੀ ਕੀਤਾ, ਤੁਸੀਂ ਮੈਨੂੰ ਮੈਂ ਬਣਨ ਦਿੱਤਾ। ਕਹਾਣੀ ਹੁਣ ਲਗਭਗ ਪੂਰੀ ਹੋ ਚੁੱਕੀ ਸੀ। ਅਕਸ਼ੈ ਨੇ ਉਹ ਸਭ ਕੁਝ ਹਾਸਲ ਕਰ ਲਿਆ ਸੀ ਜੋ ਕਦੇ ਸੋਚਿਆ ਵੀ ਨਹੀਂ ਸੀ। ਇੱਕ ਚੰਗੀ ਪੋਜੀਸ਼ਨ, ਪ੍ਰਭਾਵਸ਼ਾਲੀ ਰਿਸਰਚ, ਸਮਰਪਿਤ ਵਿਦਿਆਰਥੀ ਅਤੇ ਸਭ ਤੋਂ ਜ਼ਰੂਰੀ ਇੱਕ ਲੈਗਸੀ। ਪਰ ਜੋ ਸਭ ਤੋਂ ਵੱਡਾ ਸਬਕ ਉਸਨੇ ਇਸ ਯਾਤਰਾ ਤੋਂ ਸਿੱਖਿਆ ਸੀ, ਉਹ ਸੀ ਮੈਂਟਰ ਚੁਣਦੇ ਸਮੇਂ ਸਮਝਦਾਰ ਬਣੋ, ਕਿਉਂਕਿ ਗਲਤ ਮੈਂਟਰ ਤੈਨੂੰ 3 ਸਾਲ ਦਾ ਕੰਮ 6 ਸਾਲਾਂ ਵਿੱਚ ਕਰਵਾਏਗਾ ਤੇ ਤੈਨੂੰ ਆਪਣੇ ਆਪ ਤੇ ਸ਼ੱਕ ਕਰਵਾ ਦੇਵੇਗਾ ਤੇ ਤੇਰਾ ਨਾਮ ਵੀ ਨਾ ਉਭਰਨ ਦੇਵੇਗਾ। ਪਰ ਇੱਕ ਸਹੀ ਮੈਂਟਰ ਤੈਨੂੰ ਥੋੜਾ ਡਰਨ ਦੇਵੇਗਾ, ਥੋੜਾ ਲੜਖੜਾਣ ਦੇਵੇਗਾ, ਪਰ ਆਖਰਕਾਰ ਤੇਰੇ ਆਪਣੇ ਪੈਰਾਂ ਤੇ ਖੜਾ ਕਰੇਗਾ। ਰਿਸਰਚ ਦੀ ਦੁਨੀਆ ਵਿੱਚ ਆਈਡੀਆਜ਼ ਦੀ ਕਮੀ ਨਹੀਂ ਹੁੰਦੀ, ਪਰ ਭਰੋਸਾ ਅਤੇ ਸਾਫ਼ਗੋਈ ਸਿਰਫ ਉਦੋਂ ਆਉਂਦੇ ਹਨ ਜਦੋਂ ਕੋਈ ਤੇਰੇ ਉੱਤੇ ਭਰੋਸਾ ਕਰਦਾ ਹੈ। ਅਤੇ ਇਸੀ ਭਰੋਸੇ ਨੇ ਅਕਸ਼ੈ ਨੂੰ ਬਣਾਇਆ ਇੱਕ ਘਬਰਾਇਆ ਹੋਇਆ ਵਿਦਿਆਰਥੀ ਤੋਂ ਇੱਕ ਭਰੋਸੇਮੰਦ ਸਾਇੰਟਿਸਟ। ਹੁਣ ਉਹ ਉਸ ਦੌਰ ਵਿੱਚ ਸੀ ਜਿੱਥੇ ਉਹ ਕਿਸੇ ਹੋਰ ਅਕਸ਼ੈ ਨੂੰ ਉਹ ਰਾਹ ਦਿਖਾ ਸਕਦਾ ਸੀ ਜੋ ਕਦੇ ਕਿਸੇ ਨੇ ਉਸ ਨੂੰ ਦਿਖਾਇਆ ਸੀ। ਸ਼ਾਇਦ ਮੈਂਟੋਰਿੰਗ ਦਾ ਅਸਲ ਮਤਲਬ ਵੀ ਇਹੀ ਹੈ, ਕਿਸੇ ਹੋਰ ਦੇ ਭਵਿੱਖ ਨੂੰ ਇੰਨਾ ਚਮਕਾਉਣਾ ਕਿ ਉਸ ਵਿੱਚ ਤੇਰਾ ਨਾਮ ਨਾ ਵੀ ਹੋਵੇ ਪਰ ਤੇਰੀ ਕਦਰ ਜ਼ਰੂਰ ਮਹਿਸੂਸ ਹੋਵੇ। ਕਹਾਣੀ ਉੱਥੇ ਖਤਮ ਹੁੰਦੀ ਹੈ ਜਿੱਥੇ ਇੱਕ ਵਿਦਿਆਰਥੀ ਇੱਕ ਅਧਿਆਪਕ ਬਣ ਚੁੱਕਾ ਹੁੰਦਾ ਹੈ ਤੇ ਫਿਰ ਉਹੀ ਅਧਿਆਪਕ ਹੋਰ ਨਵੇਂ ਵਿਦਿਆਰਥੀਆਂ ਲਈ ਉਹ ਮੈਂਟਰ ਬਣਦਾ ਹੈ ਜਿਸ ਦੀ ਲੋੜ ਕਦੇ ਉਸ ਨੂੰ ਸੀ। ਅਤੇ ਇਹ ਚੱਕਰ ਹੀ ਹੈ ਜੋ ਇਸ ਪੂਰੀ ਯਾਤਰਾ ਦੀ ਸਭ ਤੋਂ ਸੁੰਦਰ ਗੱਲ ਬਣ ਜਾਂਦੀ ਹੈ।